ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਵਾਹਿਗੁਰੂ ਜੀ। ਫਿਰ ਪੁੱਛਣ ਸਿਧ ਨਾਨਕਾ, ਮਾਤ ਲੋਕ ਵਿੱਚ ਕਿਆ ਵਰਤਾਰਾ। ਸਭ ਸਿੱਧੀ ਇਹ ਬੁਝਿਆ, ਕਲ ਤਾਰਨ ਨਾਨਕ ਅਵਤਾਰਾ। ਬਾਪੇ ਕਹਿਆ ਨਾਥ ਜੀ, ਸੱਚ ਚੰਦਰਮਾ ਕੂੜ ਅੰਧਾਰਾ। ਕੂੜ ਅਮਾਵਸ ਵਰਤਿਆ, ਹਉ ਭਾਲਣ ਚੜਿਆ ਸੰਸਾਰਾ। ਪਾਪ ਗਿਰਾਸੀ ਪ੍ਰਿਥਮੀ, ਧੌਲ ਖੜਾ ਧਰ ਹੇਠ ਪੁਕਾਰਾ। ਸਿਧ ਛਪ ਬੈਠੇ ਪਰਬਤੀ, ਕੌਣ ਜਗਤ ਕਉ ਪਾਰ ਉਤਾਰਾ। ਜੋਗੀ ਗਿਆਨ ਵਿਹੂਣਿਆ, ਨਿਸ ਦਿਨ ਅੰਗ ਲਗਾਏ ਨਿਸ਼ਾਰਾ। ਬਾਝ ਗੁਰੂ ਡੁੱਬਾ ਜਗ ਸਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਅਕਾਲ ਪੁਰਖ ਰੂਪ ਸ਼ਹਿਨਸ਼ਾਹ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਰਹਿਮਤ ਕਿਰਪਾ ਬਖਸ਼ਿਸ਼ ਦੇ ਸਦਕਾ, ਜੋ ਭਾਈ ਗੁਰਦਾਸ ਜੀ ਦੀਆਂ ਪਾਵਨ ਵਾਰਾਂ ਦੀ ਲੜੀਵਾਰ ਕਥਾ ਪ੍ਰਾਰੰਭ ਹੋਈ ਹੈ, ਸੋ ਗੁਰੂ ਕਿਰਪਾ ਦੇ ਨਾਲ ਆਪਾਂ ਪਹਿਲੀ ਵਾਰ ਦੀ 69ਵੀਂ ਪੌੜੀ ਦਾ ਪਾਠ ਜੋ ਹੈ ਸਰਵਣ ਕੀਤਾ ਹੈ। ਸੋ ਆਓ ਇਸ ਪੌੜੀ ਦੀ ਵਿਚਾਰ ਪ੍ਰਾਰੰਭ ਕਰਦੇ ਹਾਂ। ਮਾਲਕ ਅੱਗੇ ਅਰਦਾਸ ਕਰੀਏ, ਹਜੂਰ ਪਾਤਸ਼ਾਹ ਸਾਨੂੰ ਜੀਵਾਂ ਨੂੰ ਸੋਝੀ ਸਮੱਤ ਦੇ ਕੇ ਆਪ ਆਪਣੇ ਪਿਆਰੇ ਸੇਵਕ ਦੀ ਇਸ ਪਾਵਨ ਰਚਨਾ ਦੀ ਵਿਚਾਰ ਕਰਨ ਦੀ ਸਮਰੱਥਾ ਬਲ ਦਿਓ। ਜਿਤਨੇ ਆਪ ਜੀ ਸਰਵਣ ਕਰ ਰਹੇ ਹੋ, ਸਹਿਬ ਦੇ ਚਰਨਾਂ 'ਚ ਹਾਜ਼ਰੀ ਲਵਾਓ। ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋ ਪਿਛਲੀਆਂ 28 ਪੌੜੀਆਂ ਦੇ ਅੰਦਰ ਜਿਸ ਤਰ੍ਹਾਂ ਪਿਛਲੀ ਪੌੜੀ 'ਚ ਸਰਵਣ ਕੀਤਾ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸਿੱਧਾਂ ਦੇ ਕੋਲ ਪਹੁੰਚਦੇ ਨੇ ਅਤੇ ਜਿਵੇਂ ਹੀ ਸਿੱਧਾਂ ਦੇ ਸਾਹਮਣੇ ਗਏ, ਉਹਨਾਂ ਨੇ ਸਵਾਲ ਕੀਤਾ ਕਿ ਇਹ ਸਾਰੀ ਧਰਤੀ ਜਿਹੜੀ ਹੈ, ਇਹਨੂੰ ਚੱਲ ਕੇ ਇਹਨਾਂ ਪਹਾੜਾਂ 'ਤੇ ਚੜ੍ਹ ਕੇ ਤੁਸੀਂ ਕਿਸ ਤਰ੍ਹਾਂ ਇਹ ਬਾਲੇ, ਇਹ ਨਾਨਕ, ਇਹ ਬਾਲਕ, ਕਿਹੜੀ ਐਸੀ ਸ਼ਕਤੀ ਹੈ ਜਿਹੜੀ ਤੈਨੂੰ ਇੱਥੇ ਲੈ ਆਈ। ਸੋ ਸਾਹਿਬ ਜੀ ਨੇ ਕਿਹਾ, ਹਉ ਜਪਿਆ ਪਰਮੇਸ਼ਰੋ ਭਾਉ ਭਗਤ ਸੰਗ ਤਾੜੀ ਲਾਈ। ਉਸ ਕਰਤੇ ਅਕਾਲ ਪੁਰਖ ਨੂੰ ਜਪਿਆ ਹੈ। ਸੋ ਫਿਰ ਸਾਹਿਬ ਜੀ ਨੇ ਇਹੀ ਸਿਧਾਂਤ ਦਿੱਤਾ, ਨੀਚ ਕਹਾਏ ਊਚ ਕਰ ਆਈ। ਸੋ ਇਸ ਤਰ੍ਹਾਂ ਭਾਈ ਸਾਹਿਬ ਜੀ ਨੇ ਜ਼ਿਕਰ ਕੀਤਾ। 69ਵੀਂ ਪੌੜੀ ਦੇ ਅੰਦਰ ਅੱਜ ਸਰਵਣ ਕਰਦੇ ਹਾਂ ਕਿ ਕਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜਦੋਂ ਉਹਨਾਂ ਸਿੱਧਾਂ ਦੇ ਸਾਹਮਣੇ ਜਾ ਕਰ ਕੇ ਮਿਲਦੇ ਨੇ, ਬੈਠਦੇ ਨੇ, ਉਹ ਫਿਰ ਕੁਝ ਸਵਾਲ ਇਸ ਮਾਤ ਲੋਕ ਦੇ ਪ੍ਰਤੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੱਗੇ ਕਰਦੇ ਨੇ ਕਿ ਤੁਸੀਂ ਮਾਤ ਲੋਕ ਤੋਂ ਆਏ ਹੋ। ਮਾਤ ਲੋਕ ਦਾ ਭਾਵ ਉਹ ਸਿੱਧੀ ਪੱਧਰੀ ਜ਼ਮੀਨ ਜਿੱਥੇ ਆਮ ਜਨ ਜੀਵਨ ਜਿਹੜਾ ਉਹ ਚੱਲ ਰਿਹਾ ਹੈ, ਕਿਉਂਕਿ ਪਹਾੜਾਂ ਦੇ ਉੱਤੇ ਆਮ ਮਨੁੱਖ ਨਹੀਂ ਸੀ ਰਹਿੰਦੇ। ਸੋ ਇਸ ਆਮ ਸਿੱਧੇ ਇਲਾਕੇ, ਨਗਰ, ਪਿੰਡ, ਸ਼ਹਿਰ, ਕਸਬੇ ਜਿਹੜੇ ਨੇ, ਉਹਨਾਂ ਦੇ ਹਾਲ ਪੁੱਛਦੇ ਨੇ। ਸੋ ਪ੍ਰਾਰੰਭਤਾ ਹੈ 69ਵੀਂ ਪੌੜੀ ਦੀ। ਫਿਰ ਪੁੱਛਣ ਸਿਧ ਨਾਨਕਾ, ਮਾਤ ਲੋਕ ਵਿੱਚ ਕਿਆ ਵਰਤਾਰਾ। ਫਿਰ ਸਿੱਧ ਪੁੱਛਦੇ ਨੇ ਇਹ ਨਾਨਕ, ਕਿਉਂਕਿ ਪਹਿਲਾਂ ਉਹ ਬਾਲਾ, ਬਾਲਕਾ ਸ਼ਬਦ ਵਰਤਦੇ ਸੀ। ਜਦੋਂ ਉਹਨਾਂ ਪੁੱਛਿਆ ਤੇਰਾ ਨਾਮ ਕੀ ਹੈ, ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਨਾਨਕ, ਮੇਰਾ ਨਾਮ ਨਾਨਕ ਹੈ। ਹੁਣ ਉਹ ਮੇਰੇ ਸਾਹਿਬ ਨੂੰ ਨਾਨਕ ਸ਼ਬਦ, ਨਾਨਕਾ ਸ਼ਬਦ ਕਹਿ ਕੇ ਸੰਬੋਧਨ ਕਰਦੇ ਨੇ। ਪੁੱਛਦੇ ਨੇ ਕਿ ਇਹ ਨਾਨਕਾ, ਇਹ ਨਾਨਕ, ਮਾਤ ਲੋਕ ਵਿੱਚ ਕਿਆ ਵਰਤਾਰਾ। ਤੁਸੀਂ ਮਾਤ ਲੋਕ ਤੋਂ ਆਏ ਹੋ,
ਤੁਸੀਂ ਆਮ ਧਰਤੀ ਜੋ ਸਿੱਧੇ ਪੱਧਰੇ ਇਲਾਕੇ ਨੇ ਉੱਥੋਂ ਆਏ ਹੋ। ਦੱਸੋ ਇਸ ਮਾਤ ਲੋਕ ਦੇ ਵਿੱਚ ਕੀ ਵਰਤਾਰਾ ਜਿਹੜਾ ਉਹ ਵਰਤਦਾ ਪਿਆ ਹੈ, ਲੋਕ ਕਿਸ ਤਰ੍ਹਾਂ ਜੀਵਨ ਜਿਉ ਰਹੇ ਨੇ, ਭਾਰਤ ਖੰਡ ਦੇ ਵਿੱਚ ਕੀ ਇਸ ਵੇਲੇ ਦੇ ਹਾਲਾਤ ਹਨ। ਸਭ ਸਿੱਧੀ ਇਹ ਬੁਝਿਆ, ਕਲ ਤਾਰਨ ਨਾਨਕ ਅਵਤਾਰਾ। ਪਰ ਗੁਰੂ ਨਾਨਕ ਦੇਵ ਜੀ ਦੀ ਇੰਨੇ ਉੱਚੇ ਵਿਖੜੇ ਪੈਂਡਿਆਂ ਨੂੰ ਤੈਅ ਕਰਕੇ, ਇੰਨੀਆਂ ਉੱਚੀਆਂ ਪਹਾੜੀਆਂ ਚੋਟੀਆਂ 'ਤੇ ਚੜ੍ਹ ਕੇ ਉਹਨਾਂ ਦੇ ਤੱਕ ਪੁੱਜ ਜਾਣ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਦੀਦਾਰ ਕਰਕੇ ਇੱਕ ਗੱਲ ਤੇ ਉਹਨਾਂ ਸਿੱਧਾਂ ਦੀ ਸਮਝ ਵਿੱਚ ਆ ਗਈ ਹੈ ਕਿ ਇਹ ਗੁਰੂ ਨਾਨਕ ਪਾਤਸ਼ਾਹ ਜੀ ਜਿਹੜੇ ਨੇ ਇਹ ਕਲਯੁੱਗ ਦੇ ਅਵਤਾਰ ਹਨ। ਕਿਉਂਕਿ ਆਮ ਮਨੁੱਖ ਤੇ ਇੱਥੋਂ ਤੱਕ ਸਵਾਲ ਹੀ ਨਹੀਂ ਪੈਦਾ ਹੁੰਦਾ ਇੱਥੋਂ ਤੱਕ ਪਹੁੰਚ ਜਾਵੇ। ਪਹੁੰਚਣਾ ਬਹੁਤ ਦੂਰ ਦੀ ਗੱਲ ਹੈ, ਉਹ ਤੇ ਸੋਚੇਗਾ ਵੀ ਨਹੀਂ ਉਸ ਸੁਮੇਰੂ ਪਰਬਤ 'ਤੇ ਚੜ੍ਹਨ ਬਾਰੇ, ਪਰ ਇਹ ਇੱਥੋਂ ਤੱਕ ਆ ਗਏ ਨੇ। ਸੋਚਣਾ ਗੱਲ ਦੂਰ ਦੀ ਤੇ ਪਹੁੰਚ ਗਏ ਨੇ, ਇਹ ਕੋਈ ਆਮ ਮਨੁੱਖ ਨਹੀਂ ਹੈ। ਸੋ ਹੁਣ ਗੱਲ ਜਦੋਂ ਜੱਚ ਗਈ ਹੈ, ਅੰਦਰ ਪੱਕੀ ਹੋ ਗਈ ਕਿ ਕਲ ਤਾਰਨ ਨਾਨਕ ਅਵਤਾਰਾ, ਗੁਰੂ ਨਾਨਕ ਕਲਯੁੱਗ ਨੂੰ ਤਾਰਨ ਵਾਸਤੇ ਪਰਮੇਸ਼ਰ ਦਾ ਅਵਤਾਰ ਸਰੂਪ ਹੋ ਕਰਕੇ ਪ੍ਰਗਟ ਹੋਏ ਨੇ। ਹੁਣ ਜਦੋਂ ਉਹਨਾਂ ਨੇ ਪੁੱਛਿਆ ਸੀ ਕਿ ਮਾਤ ਲੋਕ ਵਿੱਚ ਕਿਆ ਵਰਤਾਰਾ, ਦੱਸੋ ਧਰਤੀ 'ਤੇ ਕੀ ਕੁਝ ਹੋ ਰਿਹਾ ਹੈ, ਗੁਰੂ ਨਾਨਕ ਪਾਤਸ਼ਾਹ ਫਿਰ ਇਸ ਧਰਤੀ ਦੀ ਸੱਚਾਈ ਦੱਸਦੇ ਨੇ। ਉਹਨਾਂ ਸੋਚਾਂ ਵਿੱਚ ਪਏ ਹੋਏ ਸਿੱਧਾਂ ਨੂੰ ਇੱਕ ਜਵਾਬ ਦਿੰਦਿਆਂ ਕਹਿੰਦੇ, ਬਾਬੇ ਕਹਿਆ ਨਾਥ ਜੀ, ਸੱਚ ਚੰਦਰਮਾ ਕੂੜ ਅੰਧਾਰਾ। ਸਾਹਿਬ ਬਾਬੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ, ਹੇ ਨਾਥ ਜੀ, ਹੇ ਗੋਰਖਨਾਥ, ਹੇ ਇਹਦੇ ਨਾਲ ਦੇ ਸਾਰੇ ਸਿੱਧ ਲੋਕੋ, ਜੇ ਤੁਸੀਂ ਮਾਤ ਲੋਕ ਦੇ ਹਾਲਤ ਪੁੱਛਦੇ ਹੋ ਤਾਂ ਸੱਚ ਚੰਦਰਮਾ, ਸੱਚ ਰੂਪੀ ਚੰਦਰਮਾ ਜਿਹੜਾ ਸੀ ਉਹ ਛੁਪ ਚੁੱਕਿਆ ਹੈ, ਤੇ ਕੂੜ ਅੰਧਾਰਾ, ਸਾਰੇ ਪਾਸੇ ਕੂੜ ਦਾ, ਝੂਠ ਦਾ, ਅੰਧਕਾਰ, ਅਗਿਆਨਤਾ ਦਾ ਹਨੇਰਾ ਜਿਹੜਾ ਉਹਨੇ ਪਸਾਰਾ ਪਸਰ ਲਿਆ ਹੈ। ਜਿਵੇਂ ਰਾਤ ਨੂੰ ਚੰਦ ਚੜ੍ਹਦਾ ਹੈ ਤੇ ਉਹ ਹਨੇਰੇ ਨੂੰ ਖਾ ਜਾਂਦਾ ਹੈ, ਪਰ ਬਹੁਤ ਜ਼ਿਆਦਾ ਕਾਲਾ ਹਨੇਰਾ ਬੱਦਲ ਹੋ ਜਾਣ ਤੇ ਉਹ ਚੰਦ ਨੂੰ ਛੁਪਾ ਜਾਂਦੇ ਨੇ। ਸੋ ਸੱਚ ਰੂਪੀ ਚੰਦਰਮਾ ਜਿਹੜਾ ਹੈ ਉਹਨੂੰ ਕੂੜ ਦੇ ਅੰਧਕਾਰ ਨੇ, ਉਹਨੂੰ ਕੂੜ ਦੇ ਹਨੇਰੇ ਨੇ ਉਹਦੀ ਪੇਸ਼ ਨਹੀਂ ਜਾਣ ਦਿੱਤੀ ਤੇ ਉਹਦੇ ਪ੍ਰਕਾਸ਼ ਨੂੰ ਸਾਹਿਬ ਕਹਿੰਦੇ ਢੱਕ ਲਿਆ ਹੈ। ਵਰਤਾਰਾ ਕੁਝ ਇਸ ਤਰ੍ਹਾਂ ਦਾ ਇਸ ਧਰਤੀ ਦੇ ਉੱਤੇ, ਕੂੜ ਅਮਾਵਸ ਵਰਤਿਆ, ਹਉ ਭਾਲਣ ਚੜਿਆ ਸੰਸਾਰਾ। ਹਜੂਰ ਦਾਤਾਰ ਪਾਤਸ਼ਾਹ ਕਹਿਣ ਲੱਗੇ, ਕੂੜ ਜਿਹੜਾ ਹੈ, ਝੂਠ ਜਿਹੜਾ ਹੈ, ਉਹ ਅਮਾਵਸਿਆ ਦੀ ਰਾਤ ਦੀ ਤਰ੍ਹਾਂ ਵਰਤ ਰਿਹਾ ਹੈ। ਜਿਵੇਂ ਅਮਾਵਸਿਆ, ਜਿਹਨੂੰ ਆਪਾਂ ਸਰਲ ਸ਼ਬਦਾਂ 'ਚ ਮੱਸਿਆ ਕਹਿੰਦੇ ਹਾਂ, ਮੱਸਿਆ ਦੀ ਰਾਤ ਸਾਰਿਆਂ ਤੋਂ ਹਨੇਰੀ ਰਾਤ ਹੁੰਦੀ ਮਹੀਨੇ ਦੀ। ਸੋ ਉਸ ਹਨੇਰੀ ਰਾਤ ਦੀ ਤਰ੍ਹਾਂ ਸਾਹਿਬ ਕਹਿੰਦੇ ਕੂੜ ਦਾ ਹਨੇਰਾ ਜਿਹੜਾ ਉਹ ਸਾਰੇ ਪਾਸੇ ਪਸਰ ਗਿਆ। ਅਸੀਂ ਤੇ ਆਪ ਇਸ ਧਰਤੀ ਨੂੰ ਚੱਲ ਫਿਰ ਕੇ ਜਾਂ ਧਰਮੀ ਲੋਕਾਂ ਦੇ ਕੋਲ ਜਾ ਕੇ, ਤੁਹਾਡੇ ਵਰਗੇ ਸਿੱਧ ਪੁਰਖਾਂ ਕੋਲ ਜਾ ਕੇ ਭਾਲਦੇ ਫਿਰਦੇ ਹਾਂ ਕਿ ਕਿਤੇ ਨਾ ਕਿਤੇ ਕੋਈ ਸੱਚ ਦਾ ਹੋਕਾ ਦੇਣ ਵਾਲਾ, ਕੋਈ ਸੱਚ ਦੇ ਮਾਰਗ ਦਾ ਪਾਂਧੀ, ਕਿਤੇ ਨਾ ਕਿਤੇ ਤਾਂ ਕੋਈ ਸਚਿਆਰ ਬੈਠਾ ਹੋਵੇਗਾ। ਮੈਂ ਇਸ ਤਰ੍ਹਾਂ ਇਸ ਕਾਲੀ ਬੋਲੀ ਕੂੜ ਦੀ ਹਨੇਰੀ ਰਾਤ ਦੇ ਅੰਦਰ ਉਸ ਸੱਚ ਨੂੰ ਲੱਭਣ ਦੇ ਵਾਸਤੇ ਤੁਰ ਪਿਆ ਹਾਂ। ਪਰ ਨਾਲ ਸਾਹਿਬ ਕਹਿੰਦੇ ਹੁਣ ਤੁਹਾਨੂੰ ਹੋਰ ਵਿਸਥਾਰ ਦੇ ਨਾਲ ਦੱਸਦੇ ਹਾਂ ਕਿ ਮਾਤ ਲੋਕ ਤੇ ਹੋਰ ਇਸ ਤੋਂ ਵੱਧ ਕੇ ਕੀ ਹੋ ਰਿਹਾ। ਕਿਉਂਕਿ ਜਦੋਂ ਸਾਹਿਬ ਜੀ ਨੇ ਕਿਹਾ ਵੀ ਕੂੜ ਦਾ ਹਨੇਰਾ ਅਮਾਵਸਿਆ ਦੀ ਰਾਤ ਹੈ, ਇੱਕ ਸਵਾਲ ਕਰਦੇ ਨੇ, ਆਖਰ ਤੁਹਾਨੂੰ ਹੁਣ ਤੱਕ ਤੁਸੀਂ ਕੀ ਵੇਖਿਆ ਧਰਤੀ 'ਤੇ? ਇਹ ਕੂੜ ਦਾ ਹਨੇਰਾ ਤੇ ਦੱਸਦਾ, ਹੋਰ ਤੁਸੀਂ ਕੀ ਵੇਖਿਆ? ਤਾਂ ਗੁਰੂ ਨਾਨਕ ਬਾਬਾ ਜੀ ਕਹਿਣ ਲੱਗੇ, ਪਾਪ ਗੇਰਾਸੀ ਪ੍ਰਿਥਮੀ, ਧੌਲ ਖੜਾ ਧਰ ਹੇਠ ਪੁਕਾਰਾ। ਕਿ ਹੇ ਸਿੱਧ ਲੋਕੋ, ਮੈਂ ਕੀ ਵੇਖ ਰਿਹਾ? ਇਹ ਸਾਰੀ ਧਰਤੀ ਜਿਹੜੀ ਮਾਤ ਲੋਕ ਦੀ ਭਾਰਤ ਖੰਡ ਜਿਹੜਾ ਉਹ ਪਾਪ ਦੇ ਵਿੱਚ ਗ੍ਰਸੀ ਪਈ ਹੈ। ਇੱਕ ਗ੍ਰਸੀ ਜਾਣਾ ਅਰਥ ਹੁੰਦਾ ਕਿਸੇ ਚੀਜ਼ ਨੇ ਪਕੜ ਵਿੱਚ ਆ ਜਾਣਾ। ਇੱਕ ਗ੍ਰਸੀ ਜਾਣਾ, ਖਾ ਲੈਣਾ, ਗ੍ਰਸ ਲੈਣਾ। ਪਾਪ ਜਿਹੜਾ ਹੈ, ਝੂਠ ਜਿਹੜਾ ਹੈ, ਉਹ ਇਸ ਧਰਤੀ ਨੂੰ ਗ੍ਰਸ ਗਿਆ ਹੈ, ਖਾ ਗਿਆ ਹੈ, ਆਪਣੇ ਜਿਵੇਂ ਕਹਿ ਲਓ ਮੂੰਹ ਵਿੱਚ ਪਾ ਕੇ ਇਸ ਧਰਤੀ ਨੂੰ ਖਤਮ ਕਰ ਦਿੱਤਾ ਹੈ ਉਹਨੇ। ਤੇ ਧੌਲ ਭਾਵ ਕਿ ਧਰਮ ਜਿਹੜਾ ਹੈ, ਜਿਸ ਦਾ ਪਿਛਲੀ ਪੌੜੀ ਦੇ ਵਿੱਚ ਵੀ ਜ਼ਿਕਰ ਆਇਆ ਤੇ ਗੁਰੂ ਨਾਨਕ ਪਾਤਸ਼ਾਹ ਜਪਜੀ ਸਾਹਿਬ ਅੰਦਰ ਵੀ ਜ਼ਿਕਰ ਕਰਦੇ ਨੇ, ਧੌਲ ਧਰਮ ਦਇਆ ਕਾ ਪੂਤ। ਫਿਰ ਪਿਛਲੀਆਂ ਪੌੜੀਆਂ 'ਚ ਵੀ ਆਪਾਂ ਸਰਵਣ ਕੀਤਾ ਕਿ 4 ਪੈਰ ਧਰਮ ਦੇ ਸਨ, ਜਿਨ੍ਹਾਂ ਦੇ ਵਿੱਚੋਂ ਧਰਮ ਰੂਪੀ ਧੌਲ ਜਿਹੜਾ ਹੈ ਉਹ 3 ਲੱਤਾਂ ਤੋਂ ਹੀਣਾ ਹੋ ਕੇ 1 ਲੱਤ ਦੇ ਆਸਰੇ 'ਤੇ ਖੜਾ ਹੈ।
ਸੋ ਸਾਹਿਬ ਇੱਥੇ ਵੀ ਕਹਿੰਦੇ ਧੌਲ ਧਰਾ ਧੌਲ ਖੜਾ ਧਰ ਹੇਠ ਪੁਕਾਰਾ। ਉਹ ਧੌਲ ਧਰਮ ਰੂਪੀ ਬਲਦ ਜਿਹੜਾ ਉਹ ਇਸ ਧਰਤੀ ਦੇ ਹੇਠਾਂ ਖੜਿਆ ਹੋਇਆ, ਧਰਤੀ ਦੇ ਇਸ ਭਾਰ ਨੂੰ ਨਾ ਚੱਲਦਿਆਂ ਹੋਇਆਂ, ਧਰਤੀ ਦੇ ਇਹ ਜੀਵਾਂ ਦੀ ਦਸ਼ਾ ਨੂੰ ਦੇਖ ਕੇ ਉਸ ਅਕਾਲ ਪੁਰਖ ਪਰਨ ਪੂਰਨ ਪਰਮਾਤਮਾ ਦੇ ਅੱਗੇ ਪੁਕਾਰਾਂ ਕਰਦਾ ਪਿਆ ਹੈ। ਕਿਉਂਕਿ ਪਿੱਛੇ ਵੀ ਆਪਾਂ ਸਰਵਣ ਕੀਤਾ ਹੈ, ਧਰਤੀ ਵੀ ਤੇ ਧੌਲ ਵੀ ਦੋਵੇਂ ਪੁਕਾਰਾਂ ਕਰਦੇ ਪਏ ਸਨ। ਧਰਤੀ ਤੇ ਇੰਨੀਆਂ ਕੁ ਪੁਕਾਰਾਂ ਕਰਦੀ ਪਈ ਸੀ, ਇਹਨੂੰ ਆਪਾਂ ਬਚਨ ਪੜ੍ਹਦੇ ਹਾਂ, ਭਾਲ ਵੇ ਕੁੰਨੀ ਹੋਈ ਆਂਧੇਰਾ ਰਾਹੋ ਨਾ ਕੋਈ। ਸੋ ਇਸ ਤਰ੍ਹਾਂ ਸਾਹਿਬ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਹੁਣ ਜੇ ਤੁਹਾਡੀ ਗੱਲ ਕਰੀਏ, ਕਿਉਂਕਿ ਜਦੋਂ ਸਾਹਿਬ ਜੀ ਨੇ ਦੱਸਿਆ ਕਿ ਇਸ ਤਰ੍ਹਾਂ ਧਰਤੀ ਜਿਹੜੀ ਸੀ ਉਹ ਸਾਰਾ ਵਰਤਾਰਾ ਜਿਹੜਾ ਧਰਤੀ ਦੇ ਉੱਤੇ ਵਰਤਦਾ ਪਿਆ ਹੈ। ਸਿੱਧਾ ਨੇ ਸਵਾਲ ਕੀਤਾ ਕਿ ਉੱਥੇ ਕੋਈ ਸਾਧੂ ਸੰਤ ਨਹੀਂ ਹੈ, ਕੋਈ ਧਰਤੀ ਦਾ ਭਾਰ ਹਰ ਲੈਣ ਵਾਲਾ, ਕੋਈ ਧਰਮ ਨੂੰ ਧੀਰਜ ਦੇਣ ਵਾਲਾ, ਇਸ ਬਲਦ ਨੂੰ ਆਸਰਾ ਦੇਣ ਵਾਲਾ ਕੋਈ ਨਹੀਂ ਹੈ ਮਾਤਲੋਕ ਅੰਦਰ। ਤੇ ਗੁਰੂ ਨਾਨਕ ਸੱਚ ਦੇ ਪਾਂਧੀ ਬੇਖੌਫ ਨਿਰਭਉ ਹੋ ਕੇ ਬਿਲਕੁਲ ਉਹਨਾਂ ਦੇ ਮੂੰਹ ਦੇ ਉੱਤੇ ਉਹਨਾਂ ਦੀ ਸੱਚਾਈ ਕਹਿੰਦੇ, ਸਾਹਿਬ ਕਹਿਣ ਲੱਗੇ, ਸਿੱਧ ਛਪ ਬੈਠੇ ਪਰਬਤੀ ਕੌਣ ਜਗਤ ਕਉ ਪਾਰ ਉਤਾਰਾ। ਸਿੱਧੋ ਕੀ ਪੁੱਛਦੇ ਜੇ ਤੁਸੀਂ? ਹਮਦਰਦੀ ਬਹੁਤ ਰੱਖਦੇ ਹੋ ਮਾਤਲੋਕ ਵਿੱਚ, ਪਰ ਤੁਹਾਡੇ ਕੋਲ ਕੋਈ ਸ਼ਕਤੀਆਂ ਸੀ, ਤੁਹਾਡੇ ਕੋਲ ਕਰਾਮਾਤਾਂ ਸਨ ਚਾਰ। ਜੇ ਤੁਸੀਂ ਪਰਮੇਸ਼ਰ ਦੇ ਮਾਰਗ 'ਤੇ ਤੁਰੇ ਹੋ, ਕਿਉਂਕਿ ਤੁਸੀਂ ਸਾਧਨਾ ਕਰਦੇ ਹੋ, ਭਜਨ ਬੰਦਗੀ ਕਰਦੇ ਹੋ, ਪਰਮੇਸ਼ਰ ਨੂੰ ਮਿਲਣ ਦੀ ਸਿੱਖ ਤਾਂਘ ਅੰਦਰ ਰੱਖਦੇ ਹੋ, ਪਰ ਤੁਸੀਂ ਤੇ ਪਰਬਤਾਂ ਵਿੱਚ ਆ ਕੇ ਛੁਪ ਗਏ। ਤੁਸੀਂ ਤੇ ਧਰਤੀ ਤੋਂ ਹਜ਼ਾਰਾਂ ਮੀਲ ਉਤਾਂ ਇਸ ਸਮੇਰੂ ਪਰਬਤ 'ਤੇ ਆ ਚੜ੍ਹੇ ਹੋ। ਹੁਣ ਤੁਸੀਂ ਪੁੱਛਦੇ ਪਏ ਹੋ ਧਰਤੀ ਦਾ ਹਾਲ ਕੀ ਹੈ? ਤਾਂ ਸਾਹਿਬ ਕਹਿੰਦੇ, ਤੁਸੀਂ ਆਪ ਦੱਸੋ ਫਿਰ, ਕੌਣ ਜਗਤ ਕਉ ਪਾਰ ਉਤਾਰਾ? ਇਸ ਧਰਤੀ ਨੂੰ, ਇਸ ਜਗਤ ਨੂੰ ਕੌਣ ਪਾਰ ਉਤਾਰਾ ਕਰੇ? ਕਿਉਂਕਿ ਸਾਧੂ ਨੇ ਹੀ ਧਰਤੀ ਨੂੰ ਪਾਰ ਕਰਨਾ ਹੈ, ਜੀਵਾਂ ਦਾ ਭਲਾ ਕਰਨਾ ਹੈ, ਧਰਮ ਦਾ ਉਪਦੇਸ਼ ਦੇਣਾ ਹੈ, ਪਰ ਸਾਧੂ ਹੀ ਧਰਤੀ 'ਤੇ ਕੋਈ ਨਹੀਂ। ਤੁਸੀਂ ਸੀਗੇ, ਤੁਹਾਡੇ ਕੋਲ ਕੋਈ ਚਾਰ ਸ਼ਕਤੀਆਂ, ਜੇ ਤੁਹਾਡੇ ਕੋਲ ਕਰਾਮਾਤਾਂ ਹਨ, ਤੁਸੀਂ ਮੈਨੂੰ ਜੋ ਕਰਾਮਾਤਾਂ ਦਿਖਾਉਂਦੇ ਪਏ ਜੇ, ਤੁਸੀਂ ਆਪਣੀਆਂ ਕਰਾਮਾਤਾਂ ਨਾਲ ਮੈਨੂੰ ਜੋ ਪ੍ਰਭਾਵਿਤ ਕਰਦੇ ਹੋ, ਮਾਤਲੋਕ 'ਤੇ ਜਾਓ। ਇਹਨਾਂ ਕਰਾਮਾਤਾਂ ਦੇ ਨਾਲ ਜੋ ਜ਼ੁਲਮ ਹੋ ਰਿਹਾ, ਸੋ ਜ਼ੁਲਮ ਨੂੰ ਰੋਕੋ। ਇਹਨਾਂ ਕਰਾਮਾਤਾਂ ਦੇ ਨਾਲ ਜੋ ਅਮੀਰ ਗਰੀਬਾਂ ਨੂੰ ਮਾਰਦੇ ਕੁੱਟਦੇ ਨੇ, ਉਹਨਾਂ ਦਾ ਕੋਈ ਪੱਖ ਲਓ ਜਾ ਕਰਕੇ। ਇਹਨਾਂ ਕਰਾਮਾਤਾਂ ਨਾਲ ਦੁਸ਼ਟਤਾ ਹੀ ਖਤਮ ਕਰੋ। ਜੇ ਤੁਸੀਂ ਕਰਾਮਾਤਾਂ ਰੱਖਦੇ ਹੋ, ਤਮਾਸ਼ਾ ਕਰਦੇ ਹੋ ਇਹਨਾਂ ਦਾ ਸਹੀ ਵਰਤੋਂ ਕਰਕੇ ਦੇਖ ਲਓ। ਸੋ ਸਾਹਿਬ ਕਹਿੰਦੇ, ਜਗਤ ਦਾ ਕੀ ਹਾਲ ਪੁੱਛਦੇ ਹੋ? ਤੁਹਾਡੇ ਵਰਗੇ ਸਿੱਧ ਪਰਬਤਾਂ 'ਚ ਆ ਛੁਪੇ ਨੇ। ਹੁਣ ਜਗਤ ਨੂੰ ਦੱਸੋ ਫਿਰ, ਕੌਣ ਜਿਹੜਾ ਹੈ ਉਹ ਪਾਰ ਕਰੇ? ਕਿ ਕਿਰਪਾ ਕਰਦੇ ਜੋਗੀ ਗਿਆਨ ਵਿਹੂਣਿਆ ਨਿਸ ਦਿਨ ਅੰਗ ਲਗਾਏ ਨਿਸ਼ਾਰਾ। ਸਿੱਧ ਕਹਿੰਦੇ ਨੇ ਕਿ ਬਾਬਾ ਅਸੀਂ ਤਾਂ ਚੱਲ ਇੱਥੇ ਆ ਗਏ ਹਾਂ, ਬਾਕੀ ਕਈ ਜੋਗੀ ਵੀ ਤਾਂ ਧਰਤੀ ਦੇ ਉੱਤੇ ਹੈ ਨੇ, ਜਿਹੜਾ ਜੋਗ ਮਤ ਚੱਲਦਾ ਪਿਆ। ਅਸੀਂ ਚਲੋ ਇੱਥੇ ਬੈਠੇ, ਹੋਰ ਜਿਹੜੇ ਕੁਝ ਛੋਟੀ ਅਵਸਥਾ ਦੇ ਜੋਗੀ ਨੇ, ਬਹੁਤੀ ਸਾਧਨਾ, ਉਹ ਵੀ ਤਾਂ ਮਾਤਲੋਕ 'ਚ ਰਹਿੰਦੇ ਹੀ ਨੇ। ਇਹ ਥੋੜ੍ਹੀ ਕਿ ਅਸੀਂ ਚਾਰ ਹੀ ਬੰਦੇ ਹਾਂ ਇਸ ਸ੍ਰਿਸ਼ਟੀ ਦੇ ਅੰਦਰ, ਆ ਥੋੜ੍ਹੇ ਜਿਹੀਆਂ ਅਸੀਂ, ਬਹੁਤ ਲੋਕ ਨੇ, ਬੜੇ ਜੋਗੀ ਨੇ, ਬੜੇ ਹੋਰ ਵੀ ਚੰਗੇ ਚੰਗੇ ਗਿਆਨੀ ਪੁਰਖ ਹਨ ਧਰਤੀ 'ਤੇ। ਉਹ ਕੀ ਕਰਦੇ ਪਏ ਨੇ? ਉਹ ਨਹੀਂ ਲੋਕਾਂ ਦੀ ਸਾਰ ਸੰਭਾਲ ਕਰਦੇ, ਉਹ ਨਹੀਂ ਕਿਸੇ ਦੀ ਬਾਂਹ ਪਕੜਦੇ, ਉਹ ਨਹੀਂ ਕਿਸੇ ਨੂੰ ਉਪਦੇਸ਼ ਦਿੰਦੇ। ਤਾਂ ਗੁਰੂ ਬਾਬਾ ਜੀ ਕਹਿਣ ਲੱਗੇ, ਸੱਚ ਤੇ ਇਹ ਹੈ, ਜੋਗੀ ਜਿਹੜੇ ਨੇ ਉਹ ਗਿਆਨ ਵਿਹੂਣੇ ਹੋ ਚੁੱਕੇ ਨੇ, ਉਹ ਸਿਰਫ ਕਰਮਕਾਂਡੀ ਰਹਿ ਗਏ ਨੇ। ਉਹਨਾਂ ਦੇ ਕੋਲ ਆਤਮਿਕ ਗਿਆਨ ਕੁਛ ਵੀ ਨਹੀਂ ਹੈ। ਉਹ ਸਿਰਫ ਕੰਨ ਪਾੜ ਲਏ, ਕੰਨ ਪਾੜਨ ਤੋਂ ਬਾਅਦ ਧੂਣੇ ਤਪਾ ਲਏ, ਅਤੇ ਹੋਰ ਕੀ ਕਰਦੇ? ਨਿਸ ਦਿਨ ਰਾਤ ਆਪਣੇ ਤਨ ਦੇ ਉੱਤੇ ਬਸ ਅੰਗ ਲਗਾਇਨ ਇਸ਼ਾਰਾ, ਦਿਨ ਰਾਤ ਆਪਣੇ ਸਰੀਰ ਨੂੰ ਸਵਾਹ ਮਲ ਛੱਡਦੇ ਹਨ। ਬਸ ਇਹ ਕੁਝ ਹੈ, ਇਹਦੇ ਵਿੱਚ ਹੀ ਉਹ ਆਪਣਾ ਭਲਾ ਸਮਝਦੇ ਪਏ ਨੇ। ਭਾਵ ਉਹਨਾਂ ਨੂੰ ਤੇ ਖੁਦ ਗਿਆਨ ਨਹੀਂ, ਉਹ ਤੇ ਸਰੀਰ 'ਤੇ ਸਵਾਹ ਮਲ ਲਈ, ਨਸ਼ੇ ਕਰ ਲਏ, ਚਿਲਮਾਂ ਪੀ ਲਈਆਂ। ਉਸ ਵਕਤ ਵੀ ਪੀਂਦੇ ਸੀ, ਅੱਜ ਵੀ ਪੀਂਦੇ ਨੇ। ਅਤੇ ਇਸ ਤਰ੍ਹਾਂ ਉਹ ਤਾਂ ਸਿਰਫ ਤਨ 'ਤੇ ਸਵਾਹ ਮਲ ਲਈ, ਧੂਣੇ ਤਪਾ ਲਏ। ਉਹਨਾਂ ਨੂੰ ਜਗਤ ਨਾਲ ਕੋਈ ਹਮਦਰਦੀ ਹੈ ਹੀ ਨਹੀਂ ਹੈ, ਗਿਆਨ ਤੋਂ ਬਿਲਕੁਲ ਸਖਨੇ ਹਨ। ਬਾਝ ਗੁਰੂ ਡੁੱਬਾ ਜਗ ਸਾਰਾ। ਸੋ ਸਿੱਧ ਲੋਕੋ, ਸੱਚਾਈ ਤੇ ਮਾਤਲੋਕ ਦੀ ਇਸ ਵੇਲੇ ਇਹ ਹੈ ਕਿ ਗੁਰੂ ਕੋਈ ਨਹੀਂ ਹੈ। ਦੇਖੋ, ਗੁਰੂ ਨਾਨਕ ਪਾਤਸ਼ਾਹ ਆਪ ਜਗਤਰ ਗੁਰੂ ਹੋ ਕੇ ਵੀ ਕਹਿੰਦੇ ਅਸੀਂ ਗੁਰੂ ਨਹੀਂ ਹਾਂ। ਅਤੇ ਇੱਥੇ ਧਰਤੀ 'ਤੇ ਵੇਣੇ ਜਿਹਦੇ ਪੱਲੇ ਕੱਖ ਨਹੀਂ, ਉਹ ਗੁਰੂ ਬਣਦਾ ਫਿਰਦਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਗੁਰੂ ਤੋਂ ਬਿਨਾਂ ਸਾਰਾ ਜਗਤ ਜਿਹੜਾ ਹੈ ਉਹ ਡੁੱਬ ਗਿਆ ਹੈ,
ਕਿਉਂਕਿ ਗੁਰੂ ਉਪਦੇਸ਼ ਜਦੋਂ ਪੱਲੇ ਵਿੱਚ ਨਾ ਹੋਵੇ ਉਦੋਂ ਗਿਆਨੀ, ਵਿਦਵਾਨ, ਪੰਡਿਤ, ਦਾਨੇ, ਸਿਆਣੇ ਸਾਰੇ ਮਾਇਆ ਦੇ ਵਿੱਚ ਡੁੱਬ ਜਾਂਦੇ, ਵਾਸ਼ਨਾ ਵਿੱਚ ਡੁੱਬ ਜਾਂਦੇ ਨੇ, ਪਦਾਰਥਾਂ ਦੀ ਪਕੜ ਵਿੱਚ ਡੁੱਬ ਜਾਂਦੇ ਨੇ, ਸੋ ਸੰਸਾਰ ਸਮੁੰਦਰ ਵਿੱਚ ਡੁੱਬ ਜਾਂਦੇ ਨੇ। ਤਾਂ ਭਾਈ ਸਾਹਿਬ ਇੱਥੇ ਜ਼ਿਕਰ ਕਰਦੇ, ਗੁਰੂ ਨਾਨਕ ਪਾਤਸ਼ਾਹ ਉਹਨਾਂ ਨੂੰ ਕਹਿਣ ਲੱਗੇ, ਭਾਈ ਗੁਰੂ ਤੋਂ ਬਿਨਾਂ ਸਾਰੇ ਜੀਵ ਜਿਹੜੇ ਹਨ ਉਹ ਡੁੱਬਦੇ ਜਾਂਦੇ ਹਨ। ਸੋ ਇਸ ਪੌੜੀ ਦੇ ਅੰਦਰ ਜੋ ਭਾਵ ਅਰਥ ਉਹ ਇਹੀ ਹੈ ਕਿ ਜਿਤਨੇ ਵੱਡੇ ਸਿੱਧ ਸਨ, ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਉਹਨਾਂ ਦਾ ਮਿਲਾਪ ਹੋਇਆ। ਤਾਂ ਸਾਹਿਬ ਕਹਿੰਦੇ ਤੁਸੀਂ ਵੱਡੇ ਸਿੱਧ ਪਰਬਤਾਂ 'ਚ ਲੁਕੇ ਬੈਠੇ ਹੋ ਅਤੇ ਜਗਤ ਦੇ ਉੱਤੇ ਆ ਤੁਹਾਡੀਆਂ ਰਿੱਧੀਆਂ ਸਿੱਧੀਆਂ ਜਿਹੜੀਆਂ ਇਹ ਰੱਬੀ ਰਾਹ ਦੇ ਵਿੱਚ ਤੁਹਾਡੀਆਂ ਰੁਕਾਵਟਾਂ ਬਣਦੀਆਂ ਪਈਆਂ ਨੇ। ਤੁਸੀਂ ਆਪਣੇ ਆਪ ਦੇ ਵਿੱਚ ਇੱਥੇ ਮਸਤ ਹੋ ਕੇ ਬੈਠੇ ਹੋ, ਜਗਤ ਦਾ ਤੁਹਾਨੂੰ ਕੋਈ ਫਿਕਰ ਨਹੀਂ। ਸੋ ਜਿਹੜੇ ਦੇਸ਼ ਦੇ ਵਿੱਚ ਕੋਈ ਜੋਗੀ ਲੋਕ ਬੈਠੇ ਨੇ ਉਹ ਤਨ 'ਤੇ ਸੁਆਹ ਮਲ ਕੇ ਆਪਣੇ ਆਪੇ ਦੇ ਮਸਤੀ ਦੇ ਵਿੱਚ ਬੈਠੇ ਹੋਏ ਨੇ ਬਾਹਰੀ ਤੌਰ 'ਤੇ। ਇਸ ਤਰ੍ਹਾਂ ਗੁਰੂ ਤੋਂ ਬਿਨਾਂ ਸਾਰਾ ਸੰਸਾਰ ਜਿਹੜਾ ਜਗਤ ਜਿਹੜਾ ਉਹ ਡੁੱਬ ਰਿਹਾ। ਸੋ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਇਹ ਕਥਨ ਕੀਤਾ, ਉਹਨਾਂ ਸਿੱਧਾਂ ਨੂੰ ਇਹ ਸਾਰਾ ਕੁਝ ਦੱਸਿਆ ਕਿ ਤੁਸੀਂ ਆਪਣਾ ਫਰਜ਼ ਪਛਾਣੋ, ਚੰਗੇ ਰਾਹ 'ਤੇ ਤੁਰੋ ਅਤੇ ਲੋਕਾਂ ਨੂੰ ਵੀ ਚੰਗਾ ਮਾਰਗ ਜਿਹੜਾ ਭਲਾ ਮਾਰਗ ਜਿਹੜਾ ਉਹ ਸਮਝਾਓ। ਤੁਸੀਂ ਉਸ ਪਰਮਾਤਮਾ ਨੂੰ ਭੁਲਾਈ ਬੈਠੇ ਹੋ ਅਤੇ ਲੋਕ ਵੀ ਧਰਤੀ ਦੇ ਜਿਹੜੇ ਉੱਕਾ ਹੀ ਪਰਮਾਤਮਾ ਤੋਂ ਭੁੱਲ ਚੁੱਕੇ ਨੇ। ਇਸ ਕਰਕੇ ਧਰਤੀ ਦੇ ਉੱਤੇ ਜੋ ਇਸ ਵੇਲੇ ਕਲੇਸ਼ ਪਿਆ ਹੋਇਆ, ਜੋ ਦੁਖਾਂਤ ਵਰਤਦਾ ਪਿਆ ਮਾਤ ਲੋਕ ਦੇ ਉੱਤੇ, ਜੋ ਇੰਨਾ ਅਤਿਆਚਾਰ ਹੁੰਦਾ, ਇਹਦੇ ਜ਼ਿੰਮੇਵਾਰ ਤੁਸੀਂ ਲੋਕ ਹੋ। ਬੜਾ ਬੇਖੌਫ ਹੋ ਕੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ, ਤੁਸੀਂ ਤਾਂ ਜ਼ਿੰਮੇਵਾਰ ਹੋ ਕਿਉਂਕਿ ਤੁਸੀਂ ਮੋਢੀ ਸੀਗੇ ਜਗਤ ਦੇ। ਤੁਸੀਂ ਲੋਕਾਂ ਨੂੰ ਸੱਚ ਧਰਮ ਦਾ ਉਪਦੇਸ਼ ਦੇਣਾ ਸੀ ਅਤੇ ਜਦੋਂ ਕੋਈ ਮੁਖੀ ਹੀ ਪਰਾਂ ਹੋ ਜਾਵੇ ਅਤੇ ਪਿਛਲਿਆਂ ਨੂੰ ਕਿਸੇ ਦਾ ਡਰ ਭਉ ਨਾ ਰਵੇ ਅਤੇ ਫਿਰ ਤੁਹਾਨੂੰ ਪਤਾ ਹੀ ਇੱਕ ਘਰ ਦੇ ਵਿੱਚੋਂ ਮੁਖੀ ਦਾ ਡਰ ਖਤਮ ਹੋ ਜਾਏ ਅਤੇ ਉੱਥੇ ਕੀ ਬਣਦਾ। ਬਸ ਇਸੇ ਤਰ੍ਹਾਂ ਜਗਤ ਦਾ ਹਾਲ ਹੈ, ਜ਼ਿੰਮੇਵਾਰ ਤੁਸੀਂ ਹੋ ਸਾਰੇ। ਸੋ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਸੁਮੇਰੂ ਪਰਬਤ 'ਤੇ ਰਹਿੰਦੇ ਉਹਨਾਂ ਸਾਰੇ ਸਿੱਧਾਂ ਨੂੰ ਇਸ ਮਾਤਲੋਕ ਦਾ ਹਾਲ ਜਿਹੜਾ ਹੈ ਉਹ ਦੱਸਿਆ ਹੈ। ਨਾਲ ਸਾਹਿਬ ਜੀ ਫਿਰ ਜੋ ਅਗਲਾ ਹਾਲ ਇਸ ਸੰਸਾਰ ਦਾ ਦੱਸਦੇ ਨੇ, ਭਾਈ ਗੁਰਦਾਸ ਜੀ 30ਵੀਂ ਪੌੜੀ ਦੇ ਵਿੱਚ ਹੁਣ ਇਸ ਵਾਰ ਦੀ ਜ਼ਿਕਰ ਕਰਦੇ ਨੇ। ਕਲ ਆਈ ਕੁੱਤੇ ਮੁਹੀ, ਖਾਜ ਹੁਆ ਮੁਰਦਾਰ ਗੁਸਾਈ। ਹੋਰ ਤੁਹਾਨੂੰ ਕੀ ਦਸੀਏ ਕਿ ਕਲ ਆਈ, ਕਲਯੁਗ ਵਰਤ ਗਿਆ ਹੈ। ਕਲਯੁਗ ਦਾ ਭਿਆਨਕ ਕਲੀ ਕਾਲ ਦਾ ਸਮਾਂ ਆ ਗਿਆ ਹੈ ਅਤੇ ਹੁਣ ਕੁੱਤੇ ਮੁਹੀ ਪਰਜਾ ਜਿਹੜੀ ਹੈ ਜਾਂ ਪਰਜਾ ਦੇ ਮੁਖੀ ਲੋਕ ਜਿਹੜੇ ਹਨ ਉਹ ਸਾਰੇ ਕੁੱਤੇ ਮੁਹੀ ਹੋਏ ਪਏ ਹਨ। ਭਾਵ ਜਿਵੇਂ ਲੋਕਾਈ ਨਾ, ਜਿਵੇਂ ਕੁੱਤਾ ਸਾਰੇ ਪਾਸੇ ਮੂੰਹ ਮਾਰਦਾ ਹੁੰਦਾ। ਆਮ ਵੀ ਅੱਜ ਆਪਾਂ ਦੇਖਦੇ ਹਾਂ ਗਲੀ 'ਚ ਤੁਰਿਆ ਫਿਰਦਾ ਹੋਵੇ, ਕਦੀ ਕਿੱਧਰ ਮੂੰਹ ਮਾਰਦਾ, ਕਦੀ ਕਿੱਧਰ, ਉਹਨੂੰ ਕੋਈ ਪਰਵਾਹ ਨਹੀਂ, ਕੋਈ ਫਿਕਰ ਨਹੀਂ ਹੁੰਦਾ। ਉਹਨੇ ਤੁਰੇ ਜਾਂਦੇ ਨੇ, ਕੋਈ ਪੋਲੀਥੀਨ ਡਿੱਗਾ, ਲਿਫਾਫਾ ਡਿੱਗਾ, ਉਹਨੂੰ ਮੂੰਹ ਮਾਰਨਾ, ਨਾਲੀ 'ਚ ਮੂੰਹ ਮਾਰਨਾ, ਚੰਗੀ ਥਾਂ 'ਤੇ ਮੰਦੀ ਥਾਂ ਤੁਰੇ ਜਾਂਦੇ ਨੇ, ਉਹਨੇ ਸਿੱਧਾ ਤੁਰਨਾ ਹੀ ਨਹੀਂ। ਜੇ ਆਸੇ ਪਾਸੇ ਕੁਛ ਨਹੀਂ ਹੋਊਗਾ ਤੁਰਿਆ ਜਾਂਦਾ, ਜ਼ਮੀਨ ਹੀ ਸੁੰਘੀ ਜਾਏਗਾ। ਸੋ ਜਿਵੇਂ ਕੁੱਤਾ ਸਾਰੇ ਪਾਸੇ ਮੂੰਹ ਮਾਰਦਾ, ਸਾਹਿਬ ਕਹਿੰਦੇ ਕੱਲ ਹੋਈ ਕੁੱਤੇ ਮੂੰਹੀ। ਸਾਰੀ ਲੋਕਾਈ ਜਿਹੜੀ ਹੈ ਇੱਕ ਬੰਦੇ ਦੀ ਗੱਲ ਨਹੀਂ, ਹਰ ਬੰਦਾ ਜਿਹੜਾ ਹੈ ਇਸ ਤਰ੍ਹਾਂ ਪਦਾਰਥਾਂ ਦੇ ਵਾਸ਼ਨਾਵਾਂ ਦੇ ਵਿੱਚ ਇੱਧਰ ਉੱਧਰ ਮੂੰਹ ਮਾਰਦਾ। ਖਾਜ ਹੋਆ ਮੁਰਦਾਰ ਗੋਸਾਈ, ਅਤੇ ਲੋਕਾਂ ਦਾ ਖਾਜ, ਖਾਜ ਦਾ ਅਰਥ ਹੈ ਜਿਹੜਾ ਖਾਣਾ ਪੀਣਾ, ਮੁਰਦਾਰ ਮੁਰਦਾ ਖਾਣ ਦੇ ਬਰਾਬਰ ਹੋ ਗਿਆ। ਕੂੜ ਬੋਲ ਮੁਰਦਾਰ ਖਾਏ, ਕਿਉਂਕਿ ਝੂਠ ਬੋਲਣਾ ਮੁਰਦਾ ਖਾਣ ਦੇ ਸਮਾਨ ਹੈ। ਤਾਂ ਹਜ਼ੂਰ ਦਾਤਾਰ ਪਾਤਸ਼ਾਹ ਕਹਿੰਦੇ ਬਸ ਹਰ ਇੱਕ ਬੰਦਾ ਜਿਹੜਾ ਉਹ ਮੁਰਦੇ ਖਾਂਦਾ ਪਿਆ। ਕਿਉਂ ਜੀ? ਤਾਂ ਸਾਹਿਬ ਕਹਿੰਦੇ ਝੂਠ ਹੈ, ਸਾਰੇ ਪਾਸੇ ਖੋਹਾ ਖੋਹੀ ਹੋ ਰਹੀ ਹੈ। ਕੋਈ ਉਹਦੇ ਤੋਂ ਖੋ ਰਿਹਾ, ਕੋਈ ਉਹਦੇ ਤੋਂ ਖੋ ਰਿਹਾ, ਇੱਕ ਉਹਦੇ ਤੋਂ ਖੋਹਦਾ, ਅੱਗੇ ਦੂਜਾ ਉਹਦੇ ਤੋਂ ਖੋਹ ਲੈਂਦਾ, ਤੀਜਾ ਉਹਦੇ ਤੋਂ ਖੋਹ ਲੈਂਦਾ। ਬਸ ਸੰਸਾਰ ਦੇ ਉੱਤੇ ਆਹ ਕੁਛ ਵਰਤਦਾ। ਭਾਵ ਪਰਜਾ ਜਿਹੜੀ ਹੈ ਹੱਕ ਬੇਹੱਕ ਨਹੀਂ ਵਹਿੰਦੀ ਕੀ ਵੀ ਸਾਡਾ ਇਸ ਚੀਜ਼ 'ਤੇ ਹੱਕ ਬਣਦਾ ਕਿ ਨਹੀਂ, ਨਾ ਇਹ ਦੇਖਦੀ ਹੈ ਵੀ ਅਸੀਂ ਬੇਹੱਕ, ਭਾਵ ਕਿਸੇ ਦਾ ਹੱਕ ਮਾਰਦੇ ਪਏ ਹਾਂ। ਹਰ ਬੰਦਾ ਜਿਹੜਾ ਬਸ ਆਪਣਾ ਜ਼ੋਰ ਦਿਖਾ ਰਿਹਾ, ਜਿੱਥੇ ਕਿਸੇ ਦਾ ਦਾ ਲੱਗਦਾ, ਮੂੰਹ ਵੱਜਦਾ, ਉੱਥੇ ਮਾਰ ਰਿਹਾ ਹੈ। ਉਹ ਸਵਾਲ ਕਰਦੇ ਨੇ, ਕਹਿੰਦੇ ਰਾਜੇ ਕੁਛ ਨਹੀਂ ਕਹਿੰਦੇ ਪਰਜਾ ਦੇ ਲੋਕਾਂ ਨੂੰ ਜਦੋਂ ਇੱਕ ਦੂਜੇ ਦਾ ਹੱਕ ਮਾਰਦੇ ਨੇ, ਕੋਈ ਕਿਸੇ ਨੂੰ ਸਜ਼ਾ ਨਹੀਂ ਦਿੰਦਾ ਉੱਥੇ? ਤਾਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਰਾਜਿਆਂ ਦਾ ਕੀ ਹਾਲ ਦਸੀਏ ਤੁਹਾਨੂੰ। ਰਾਜੇ ਪਾਪ ਕਮਾਵਦੇ, ਉਲਟੀ ਵਾੜ ਖੇਤ ਕਉ ਖਾਈ। ਰਾਜਿਆਂ ਦਾ ਕੀ ਪੁੱਛਦੇ ਜੇ? ਰਾਜੇ ਤਾਂ ਆਪ ਧਰਮ ਦਾ ਨਿਆਂ ਉਹਨਾਂ ਨੇ ਕਰਨਾ ਸੀ, ਉਹਨੂੰ ਛੱਡ ਦਿੱਤਾ ਉਹਨਾਂ ਨੇ।
ਉਲਟੀ ਵਾੜ ਖੇਤ ਕਉ ਖਾਈ, ਭਾਵ ਜਿਹੜੀ ਵਾੜ ਨੇ ਖੇਤ ਦੀ ਰਾਖੀ ਕਰਨੀ ਸੀ ਉਹੀ ਵਾੜ ਖੇਤ ਨੂੰ ਖਾਣ ਲੱਗ ਪਈ ਹੈ। ਜਿਵੇਂ ਆਪਾਂ ਖੇਤਾਂ ਦੇ ਇਰਦ ਗਿਰਦ ਕੰਡਿਆਂ ਦੀ ਵਾੜ ਕਰਦੇ ਨੇ, ਪਹਿਲਾਂ ਲੋਕ ਝਾੜੀਆਂ ਕੰਡੇ ਵਿਛਾਉਂਦੇ ਸੀ, ਅੱਜ ਕੱਲ੍ਹ ਕੰਡਿਆਲੀ ਤਾਰ ਲਾ ਲੈਂਦੇ, ਲੋਕ ਕੰਧਾਂ ਵੀ ਕਰ ਲੈਂਦੇ ਨੇ। ਸੋ ਇਸ ਤਰ੍ਹਾਂ ਇੱਕ ਵਾੜ ਕਰ ਦਿੱਤੀ ਜਾਂਦੀ ਸੀ। ਜਦੋਂ ਉਹੀ ਖੇਤ ਨੂੰ ਖਾਣ ਲੱਗ ਪਏ ਫਿਰ ਕਿਹਦੇ ਤੋਂ ਰਾਖੀ ਕਰੋਗੇ। ਸੋ ਇਸ ਤਰ੍ਹਾਂ ਰਾਜਿਆਂ ਨੇ ਧਰਮ ਕਮਾਉਣਾ ਸੀ, ਪਰ ਰਾਜੇ ਪਾਪ ਕਮਾਉਂਦੇ, ਰਾਜੇ ਜਿਹੜੇ ਨੇ ਰੱਜ ਕੇ ਪਾਪ ਕਮਾਉਣ ਲੱਗ ਪਏ ਨੇ। ਇੱਥੋਂ ਤੱਕ ਵੇਖਣ ਵਿੱਚ ਆਇਆ ਹੈ। ਸਾਹਿਬ ਜੀ ਅੱਗੇ ਜ਼ਿਕਰ ਕਰਦੇ, ਪਰਜਾ ਅੰਧੀ ਗਿਆਨ ਬਿਨ ਕੂੜ ਕੁਸੱਤ ਮੁਖੋਂ ਆ ਲਾਈ। ਪਰਜਾ ਜਿਹੜੀ ਹੈ ਉਹ ਗਿਆਨ ਤੋਂ ਬਿਨਾਂ ਅੰਨੀ ਹੋਈ ਪਈ ਹੈ, ਕਿਉਂਕਿ ਗਿਆਨ ਤੋਂ ਬਿਨਾਂ ਅੰਨੇ ਹੋਣ ਦਾ ਭਾਵ ਇਹ ਨਹੀਂ ਕਿ ਉਹਨਾਂ ਨੂੰ ਅੱਖਾਂ ਤੋਂ ਦਿਸਣੋਂ ਹਟ ਗਿਆ, ਉਹਨਾਂ ਨੂੰ ਧਰਮ ਦੀ ਦੁਨੀਆ ਦੀ ਜਿਹੜੀ ਸੀ ਉਹ ਬਿਲਕੁਲ ਸਮਝ ਆਉਣੀ ਜਿਹੜੀ ਹਟ ਗਈ ਹੈ। ਹਰ ਕੋਈ ਧਰਮ ਦਾ ਅਡੰਬਰ ਕਰਕੇ ਉਹਨਾਂ ਨੂੰ ਲੁੱਟੀ ਜਾ ਰਿਹਾ, ਕਿਉਂਕਿ ਅੰਨੇ ਨੂੰ ਜਦੋਂ ਮਰਜ਼ੀ ਜਿਹੜੇ ਪਾਸਿਓਂ ਮਰਜ਼ੀ ਕੋਈ ਉਹਦਾ ਖੀਸਾ ਕੱਟ ਲੈਂਦਾ, ਉਹਨੂੰ ਲੁੱਟ ਲੈਂਦਾ, ਧੋਖਾ ਕਰ ਲੈਂਦਾ। ਜਦੋਂ ਗਿਆਨ ਤੋਂ ਹੀਣੇ ਨੇ ਲੋਕ, ਤਾਂ ਬੈਠੇ ਹੋਏ ਜਿਹੜੇ ਪੰਡਤ ਜਾਂ ਹੋਰ ਲੋਕ ਧਰਮਾਂ ਦੇ, ਬਸ ਉਹ ਦੁਨੀਆ ਨੂੰ ਲੁੱਟੀ ਜਾਂਦੇ ਨੇ। ਹਰ ਪਾਸੇ ਤੋਂ ਗਿਆਨ ਤੋਂ ਸਖਣੀ ਹੋ ਗਈ ਹੈ। ਕੂੜ ਕੁਸੱਤ, ਝੂਠ ਅਤੇ ਅਸੱਤ ਜਿਹੜਾ ਇਹ ਆਪਣੇ ਮੁਖ ਤੋਂ ਪਰਜਾ ਬੋਲੀ ਜਾਂਦੀ। ਸੱਚ ਕਿਸੇ ਦੇ ਪੱਲੇ 'ਚ ਨਹੀਂ ਰਹਿ ਗਿਆ ਅਤੇ ਕਿਸੇ ਦੀ ਜ਼ੁਬਾਨ ਜਿਹੜੀ ਉਹ ਸੱਚ ਬੋਲਦੀ ਨਹੀਂ ਪਈ। ਦੋ ਤਰ੍ਹਾਂ, ਕਿਉਂਕਿ ਇੱਕ ਹੁੰਦਾ ਜ਼ੁਬਾਨ ਦੇ ਨਾਲ ਸੱਚ ਬੋਲਣਾ, ਇੱਕ ਜੀਵਨ ਵਿੱਚ ਸੱਚ ਕਮਾਉਣਾ। ਕਿਉਂਕਿ ਅੱਜ ਧਰਤੀ 'ਤੇ ਦੇਖਦੇ ਕੁਝ ਐਸੇ ਜਿਨ੍ਹਾਂ ਦੀ ਜ਼ੁਬਾਨ 'ਤੇ ਬੜਾ ਸੱਤ ਹੈ, ਬੋਲਦੇ ਸੱਚਾ ਨੇ, ਪਰ ਜਦੋਂ ਆਪਣੇ ਪਰਸਨਲ ਲਾਈਫ ਦੇ ਵਿੱਚ ਉਹ ਵਿਚਰਦੇ ਨੇ ਰੋਜ਼ ਝੂਠ ਹੀ ਕਮਾ ਰਹੇ ਹੁੰਦੇ। ਕੁਛ ਲੋਕ ਜ਼ੁਬਾਨ ਕਰਕੇ ਝੂਠ ਬੋਲਦੇ ਹੁੰਦੇ ਨੇ ਕਿਸੇ ਨਾਲ, ਪਰ ਉਹਨਾਂ ਦਾ ਜੀਵਨ ਜਿਹੜਾ ਹੈ ਉਹ ਕਿਤੇ ਨਾ ਕਿਤੇ ਸੱਚ ਦੇ ਉੱਤੇ ਖੜਾ ਹੁੰਦਾ। ਗੱਲਾਂ ਬਾਤਾਂ 'ਚ ਆਪਾਂ ਆਮ ਗੱਲਾਂ ਕਰਦੇ ਹਾਂ, 100 ਝੂਠ ਬੋਲਦੇ ਹਾਂ, ਪਰ ਉਹ ਜਦੋਂ ਆਪਣੇ ਰੋਜ਼ਮਰਾ ਜੀਵਨ 'ਚ ਵਿਚਰਦੇ ਨੇ ਉਦੋਂ ਸੱਚ 'ਤੇ ਡਟੇ ਹੁੰਦੇ ਨੇ। ਸੋ ਇਸ ਤਰ੍ਹਾਂ ਸਾਹਿਬ ਜੀ ਕਹਿੰਦੇ, ਪਰ ਹਾਲਾਤ ਇਹ ਨੇ, ਪਰਜਾ ਦੇ ਮੁਖ ਤੋਂ, ਜ਼ੁਬਾਨ ਤੋਂ, ਜੀਵਨ ਤੋਂ ਝੂਠ ਜਿਹੜਾ ਬਿਲਕੁਲ ਖਤਮ ਹੋ ਗਿਆ, ਸੱਚ ਖਤਮ ਹੋ ਗਿਆ ਅਤੇ ਝੂਠ ਨੂੰ ਹੀ ਪਰਜਾ ਜਿਹੜੀ ਉਹ ਬੋਲੀ ਜਾ ਰਹੀ ਹੈ। ਚੇਲੇ ਸਾਜ ਵਜਾਏਂਦੇ ਨੱਚਨ ਗੁਰੂ ਬਹੁਤ ਬਿਦ ਭਾਈ। ਸਿੱਧ ਇੱਕ ਸਵਾਲ ਕਰਦੇ, ਕਹਿੰਦੇ ਬਾਬਾ ਇੰਨਾ ਮੰਦੜਾ ਹਾਲ ਹੈ ਸੰਸਾਰ ਦਾ, ਉੱਥੇ ਕੋਈ ਗੁਰੂ ਜਿਹੜੇ ਰਹਿੰਦੇ ਨੇ, ਜਿਹੜੇ ਸ਼੍ਰੇਣੀਆਂ ਪੂਜਣਯੋਗ ਸ਼੍ਰੇਣੀਆਂ ਨੇ, ਜਿਸ ਤਰ੍ਹਾਂ ਬ੍ਰਾਹਮਣ ਹੋ ਗਏ ਜਾਂ ਹੋਰ ਜਿਵੇਂ ਸਾਡੇ ਜੋਗੀ ਫਿਰਕੇ ਦੇ ਲੋਕ ਵੀ ਉੱਥੇ ਰਹਿੰਦੇ ਨੇ, ਹੋਰ ਵੀ ਬੜੇ ਮਤ ਮਤਾਂਤਰ ਨੇ ਉਸ ਧਰਤੀ ਦੇ ਉੱਤੇ, ਉਹ ਕੀ ਕਰਦੇ ਫਿਰਦੇ ਨੇ, ਉਹਨਾਂ ਦਾ ਵਰਤਾਰਾ ਕੀ ਹੈ, ਉਹ ਕਿਸ ਤਰ੍ਹਾਂ ਜਿਉਂਦੇ ਪਏ ਨੇ, ਉਹ ਕੋਈ ਜ਼ਿੰਮੇਵਾਰੀ ਨਿਭਾ ਰਹੇ। ਤਾਂ ਸਾਹਿਬ ਕਹਿੰਦੇ ਸੱਚ ਪੁੱਛੋ ਤਾਂ ਚੇਲੇ ਸਾਜ ਵਜਾਏਂਦੇ, ਚੇਲੇ ਜਿਹੜੇ ਨੇ ਉਹ ਸਾਜ ਵਜਾਉਂਦੇ ਨੇ, ਅਤੇ ਗੁਰੂ ਜਿਹੜੇ ਨੇ ਨੱਚਣ ਗੁਰੂ ਬਹੁਤ ਬਿਦ ਭਾਈ, ਗੁਰੂ ਜਿਹੜੇ ਨੇ ਉਹ ਬਹੁਤ ਤਰੀਕਿਆਂ ਦੇ ਨਾਲ ਨੱਚਦੇ ਹਨ, ਨਾਚ ਨੱਚਦੇ। ਹੁਣ ਨੱਚਣਾ ਇੱਕ ਹੁੰਦਾ ਜਿਵੇਂ ਆਮ ਕੋਈ ਢੋਲ ਵੱਜਦਾ ਅਤੇ ਲੋਕ ਲੱਤਾਂ ਬਾਹਾਂ ਮਾਰ ਕੇ ਨੱਚਦੇ ਨੇ, ਪਰ ਇੱਥੇ ਨੱਚਣਾ ਕੀ ਹੈ, ਮਾਇਆ ਦੀ ਖਾਤਰ ਨੱਚਦੇ ਨੇ। ਮਾਇਆ ਦੀ ਖਾਤਰ ਜੀਵਨ ਜਿਹੜਾ ਹੈ ਕਦੀ ਉਤਾਂਹ ਅਤੇ ਕਦੀ ਅਠਾਂਹ ਹੋ ਜਾਂਦਾ ਹੈ। ਮਾਇਆ ਦੀ ਖਾਤਰ ਸੰਸਾਰ ਦੇ ਦਰਵਾਜ਼ਿਆਂ 'ਚ ਜਾ ਕਰਕੇ ਅਮੀਰਾਂ ਦੇ ਪੈਰਾਂ 'ਚ ਬਹਿੰਦੇ ਨੇ। ਮਾਇਆ ਦੀ ਖਾਤਰ ਜਿੰਨਾ ਗਿਰਿਆ ਜਾ ਸਕੇ ਉਨੇ ਗਿਰ ਵੀ ਜਾਂਦੇ ਨੇ, ਅਤੇ ਜਿੰਨਾ ਉੱਚਾ ਉੱਠ ਕੇ ਕਿਸੇ ਦੀ ਸਿਫਤ ਕਰਨੀ ਪਵੇ ਉਨੀ ਕਰ ਦਿੰਦੇ ਨੇ। ਸੋ ਚੇਲੇ ਸਾਜ ਵਜਾਉਂਦੇ ਨੇ, ਅਤੇ ਗੁਰੂ ਇਸ ਤਰ੍ਹਾਂ ਮੰਗਣ ਦੇ ਵਾਸਤੇ, ਆਪਣੇ ਢਿੱਡ ਦੀ ਪੂਰਤੀ ਕਰਨ ਵਾਸਤੇ, ਪਦਾਰਥਾਂ ਦੀ ਪੂਰਤੀ ਕਰਨ ਵਾਸਤੇ ਲੋਕਾਂ ਦੇ ਘਰਾਂ 'ਚ ਨੱਚਦੇ ਮੰਗਦੇ ਫਿਰਦੇ ਹਨ। ਸੇਵਕ ਬੈਠਣ ਘਰਾਂ ਵਿੱਚ ਗੁਰ ਉੱਠ ਘਰੀ ਤੇ ਨਾੜੇ ਜਾਈ। ਸੋ ਸੇਵਕ ਜਿਹੜੇ ਨੇ ਉਹ ਤਾਂ ਘਰਾਂ ਵਿੱਚ ਬੈਠੇ ਨੇ, ਭਾਵ ਜਿਨ੍ਹਾਂ ਨੇ ਉਪਦੇਸ਼ ਲੈਣਾ ਉਹ ਤਾਂ ਘਰਾਂ ਦੇ ਵਿੱਚ ਬੈਠੇ ਨੇ, ਪਰ ਗੁਰੂ ਆਪ ਚੱਲ ਕੇ ਉਹਨਾਂ ਦੇ ਘਰੇ ਜਾਂਦੇ ਪਏ ਨੇ। ਹੁਣ ਇਹਦੇ 'ਚ ਜੇ ਧਰਮ ਦੀ ਦੁਨੀਆ ਵੱਲ ਇਸ਼ਾਰਾ ਕਰਾਂਗੇ ਮਾੜਾ ਨਹੀਂ, ਕਿਉਂਕਿ ਸਾਧੂ ਸੰਤ ਵਿਚਰ ਕੇ ਲੋਕਾਂ ਨੂੰ ਨਗਰਾਂ 'ਚ ਜਾ ਕੇ ਉਪਦੇਸ਼ ਦਿੰਦੇ ਸੀ, ਪਰ ਇੱਥੇ ਉਹਨਾਂ ਕਮਾਈ ਵਾਲੇ ਸਾਧੂਆਂ ਵੱਲ ਅਰਥ ਨਹੀਂ। ਇੱਥੇ ਉਹਨਾਂ ਲੋਕਾਂ ਵੱਲ ਅਰਥ ਹੈ ਜਿਹੜੇ ਆਪਣੇ ਆਪ ਨੂੰ ਗੁਰੂ ਵੀ ਮੰਨਦੇ ਨੇ ਅਤੇ ਆਪਣੇ ਸੇਵਕਾਂ ਦੇ ਘਰਾਂ ਵਿੱਚ ਮੰਗਣ ਵੀ ਜਾਂਦੇ ਨੇ। ਸੇਵਕ ਨਹੀਂ ਆਉਂਦੇ ਕੋਲ, ਉਹਨਾਂ ਦੇ ਆਪ ਕੋਲ ਜਾ ਕੇ ਕਹਿੰਦੇ ਜੀ ਅੱਜ ਸਾਨੂੰ ਆਹ ਲੋੜ ਹੈ, ਆਹ ਦਿਓ, ਆਹ ਕਰ ਦਿਓ, ਇੰਝ ਕਰ ਦਿਓ। ਸੋ ਇਸ ਤਰ੍ਹਾਂ ਸਾਹਿਬ ਕਹਿੰਦੇ ਗੁਰ ਉੱਠ ਘਰੀ ਤੇ ਨਾੜੇ ਜਾਈ। ਸੋ ਗੁਰੂ ਆਪ ਉਹਨਾਂ ਦੇ ਘਰਾਂ ਵਿੱਚ ਜਾਂਦੇ ਨੇ, ਆਪ ਇੱਥੋਂ ਤੱਕ ਕਿ ਉਹਨਾਂ ਦੇ ਘਰਾਂ ਵਿੱਚ ਜਾ ਕੇ ਕਈ ਦਫਾ ਆਪਣਾ ਜੀਵਨ ਜਿਹੜਾ ਹੈ ਉਹਨੂੰ ਹੱਥ ਅੱਡ ਕੇ
ਆਪਣਾ ਜੀਵਨ ਜਿਹੜਾ ਉਹਨੂੰ ਗਿਰਾ ਵੀ ਲੈਂਦੇ ਹਨ। ਸੋ ਇਸ ਤਰ੍ਹਾਂ ਸਾਹਿਬ ਕਹਿੰਦੇ ਇਹ ਸਾਰਾ ਵਰਤਾਰਾ ਵਰਤਦਾ ਹੈ। ਹੁਣ ਉਹ ਇੱਕ ਸਵਾਲ ਕਰਦੇ ਨੇ, ਕਹਿੰਦੇ ਮਹਾਰਾਜ ਇੰਨਾ ਮਾੜਾ ਹਾਲ ਧਰਤੀ ਦਾ, ਧਰਮੀ ਗੁਰੂ ਜਿਹੜੇ ਨੇ ਉਹ ਇਸ ਤਰ੍ਹਾਂ ਚੱਲਦੇ ਪਏ ਨੇ, ਨੱਚਣ ਲੱਗ ਪਏ ਨੇ, ਫਿਰ ਆਮ ਪ੍ਰਜਾ ਜਿਹੜੀ ਗਿਆਨ ਤੋਂ ਹੀਣੀ ਹੋ ਗਈ, ਉਹਨਾਂ ਨੂੰ ਲੁੱਟ ਖਾਂਦੇ ਰਾਜੇ ਲੋਕ ਅਨਿਆਂ ਕਰਨ ਲੱਗ ਗਏ। ਜਿਹੜੇ ਕਾਜੀ ਹੁੰਦੇ ਨੇ, ਕਾਜੀਆਂ ਕੋਲ ਬੜੀ ਪਾਵਰ ਹੁੰਦੀ ਹੈ, ਉਹ ਚਾਹਣ ਤੇ ਰਾਜਿਆਂ ਨੂੰ ਫਤਵੇ ਲਾ ਸਕਦੇ ਨੇ, ਤੇ ਕਾਜੀ ਕੁਛ ਨਹੀਂ ਕਰਦੇ ਪਏ। ਉਹ ਆਪਣੀ ਸ਼ਰ੍ਹਾ ਦੇ ਉੱਤੇ ਪੂਰੇ ਡਟੇ ਨਹੀਂ ਹੋਏ ਕਿ ਸ਼ਰ੍ਹਾ ਕੀ ਕਹਿੰਦੀ ਹੈ, ਸਾਡਾ ਮਜ਼ਹਬ, ਸਾਡੇ ਕੁਰਾਨ ਆਦਿਕ ਧਰਮ ਗ੍ਰੰਥ ਸਾਨੂੰ ਕੀ ਕਹਿੰਦੇ ਨੇ। ਉੱਤੇ ਚਾਹਣ ਭਾਵੇਂ ਰਾਜਿਆਂ ਨੂੰ ਸਲਾਖਾਂ ਪਿੱਛੇ ਸੁੱਟ ਦੇਣ, ਉਹ ਕੀ ਕਰਦੇ ਨੇ। ਤਾਂ ਗੁਰੂ ਨਾਨਕ ਪਾਤਸ਼ਾਹ ਦੱਸਦਿਆਂ ਕਹਿਣ ਲੱਗੇ, ਉਹਨਾਂ ਦਾ ਕੀ ਪੁੱਛਦੇ ਜੇ, ਉਹਨਾਂ ਦਾ ਜੀਵਨ ਤੇ ਇੰਨਾ ਕੁ ਗਰਕ ਚੁੱਕਾ ਹੈ। ਕਾਜੀ ਹੋਏ ਰਿਸ਼ਵਤੀ, ਵੱਡੀ ਲੈ ਕੇ ਹੱਕ ਗਵਾਈ। ਕਾਜੀ ਤੇ ਰਿਸ਼ਵਤ ਖੋਰ ਹੋ ਚੁੱਕੇ ਨੇ, ਇੰਨੇ ਕੁ ਰਿਸ਼ਵਤ ਹੋ ਚੁੱਕੇ ਨੇ ਕਿ ਆਪਣੇ ਫਰਜ਼ ਨੂੰ ਬਿਲਕੁਲ ਹੀ ਅਦਾ ਨਹੀਂ ਕਰਦੇ। ਰਿਸ਼ਵਤ ਲੈ ਕੇ ਪਰਾਇਆ ਹੱਕ ਜਿਹੜਾ ਉਹ ਗਵਾ ਦਿੰਦੇ ਨੇ, ਦੂਜੇ ਦਾ ਹੱਕ ਜਿਹੜਾ ਉਹ ਖੋਹ ਲੈਂਦੇ ਨੇ। ਝੂਠਾ ਬੰਦਾ ਜਿਹੜਾ ਹੈ, ਬਸ ਉਹਦੇ ਤੋਂ ਰਿਸ਼ਵਤ ਲੈ ਕੇ ਉਹਨੂੰ ਸੱਚਾ ਪੇਸ਼ ਕਰ ਦਿੰਦੇ ਨੇ। ਸੱਚਾ ਜਿਹੜਾ ਜੇ ਉਹਨੇ ਰਿਸ਼ਵਤ ਨਾ ਦਿੱਤੀ, ਭਰੇ ਦਰਬਾਰ ਵਿੱਚ ਉਹਨੂੰ ਝੂਠਾ ਪੇਸ਼ ਕਰ ਦਿੰਦੇ ਨੇ। ਇਸ ਤਰ੍ਹਾਂ ਵੱਡੀਆਂ ਲੈਂਦੇ ਪਏ ਹਨ ਅਤੇ ਵੱਡੀਆਂ ਲੈ ਕੇ ਲੋਕਾਂ ਦੇ ਹੱਕ ਜਿਹੜੇ ਨੇ ਉਹ ਗਵਾ ਰਹੇ ਹਨ, ਭਾਵ ਸੱਚ ਨੂੰ ਬਿਲਕੁਲ ਹੀ ਉਹ ਖਤਮ ਕਰ ਰਹੇ ਹਨ। ਫਿਰ ਉਹ ਅੱਗੇ ਪੁੱਛਦੇ ਨੇ, ਮਹਾਰਾਜ ਆਮ ਲੋਕ ਜਿਹੜੇ ਨੇ, ਕਿਸੇ ਦੇ ਅੰਦਰ ਥੋੜ੍ਹਾ ਬਹੁਤਾ ਵੀ ਕੋਈ ਅਣਖ ਗੈਰਤ ਆਪਣੇ ਆਪ ਦੇ ਵਿੱਚ ਨਹੀਂ ਹੈ। ਤਾਂ ਸਾਹਿਬ ਕਹਿੰਦੇ ਤੇ ਧਰਮ ਦੇ ਲੋਕਾਂ ਦੀ ਗੱਲ ਕੀਤੀ ਹੈ। ਪਿੱਛੇ ਤੁਹਾਨੂੰ ਆਮ ਲੋਕਾਂ ਦਾ ਵੀ ਦੱਸ ਹੀ ਦਿੱਤਾ ਸੀ ਕਿ ਕੱਲ ਆਏ ਕੁੱਤੇ ਮੂੰਹੀ ਖਾਜ ਹੁਆ ਮੁਰਦਾਰ ਗੁਸਾਈ। ਲੋਕ ਜਿੱਧਰ ਕਿਸੇ ਦਾ ਜੀ ਕਰਦਾ ਮੂੰਹ ਮਾਰ ਰਿਹਾ ਹੈ। ਤਾਂ ਸਾਹਿਬ ਹੁਣ ਇੱਥੇ ਬੜਾ ਕਰੜਾ ਸ਼ਬਦ ਇੱਕ ਉਸ ਵੇਲੇ ਦਾ ਦੱਸਦੇ ਨੇ, ਇਤਿਹਾਸ ਉਸ ਵੇਲੇ ਦਾ ਕਹਿ ਦਿਓ, ਉਸ ਵੇਲੇ ਜੋ ਧਰਤੀ ਦਾ ਇਤਿਹਾਸ ਸੀ, ਜੋ ਪ੍ਰਤੱਖ ਸੀ, ਜੋ ਗੁਰੂ ਨਾਨਕ ਬਾਬੇ ਨੇ ਅੱਖਾਂ ਨਾਲ ਦੇਖਿਆ ਹੈ। ਮੈਂ ਤਾਂ ਹੀ ਇਹ ਬੇਨਤੀ ਪ੍ਰਾਰੰਭਤਾ 'ਤੇ ਵੀ ਆਪ ਜੀ ਨੂੰ ਕੀਤੀ ਸੀ, ਇਹਨਾਂ ਪਾਵਨ ਵਾਰਾਂ ਨੂੰ ਜਦੋਂ ਪੜ੍ਹਾਂਗੇ ਨਾ, ਉਸ ਸਮੇਂ ਦੇ ਹਾਲਾਤ ਜਿਹੜੇ ਸੀ ਸ਼ਾਇਦ ਡਿੱਠੇ ਸੁਣੇ ਵੇਖੇ ਨਹੀਂ ਸਨ, ਉਹ ਭਾਈ ਗੁਰਦਾਸ ਜੀ ਦੀਆਂ ਵਾਰਾਂ ਸਾਨੂੰ ਮਿਲਦੇ ਨੇ। ਸੋ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਇਸਤਰੀ ਪੁਰਖ ਹੈ ਦਾਮ ਹਿਤ, ਭਾਵੇਂ ਆਏ ਕਿ ਥਾਊ ਜਾਈ। ਇਸਤਰੀ ਤੇ ਪੁਰਖ, ਘਰ ਦੇ ਵਿੱਚ ਰਹਿਣ ਵਾਲੇ ਦੋਨੇ ਜੀ, ਜਿਨ੍ਹਾਂ ਨੂੰ ਇਹ ਕਿਹਾ ਜਾਂਦਾ ਸੀ ਇਹ ਇੱਕ ਦੂਜੇ ਦੇ ਨਾਲ ਸਤੀ ਪਿਆਰ ਦਾ ਇਹ ਜਿਹੜਾ ਧਾਗਾ ਹੈ ਬੜਾ ਅਟੁੱਟ ਹੈ। ਇੱਕ ਦੂਜੇ ਦੇ ਨਾਲ ਇਹਨਾਂ ਦਾ ਜਤੀ ਸਤੀ ਪ੍ਰੇਮ ਹੈ। ਇੱਕ ਦੂਜੇ ਦੇ ਨਾਲ ਇੰਨਾ ਪ੍ਰੇਮ ਕਰਦੀ ਹੈ ਪਤਨੀ ਕਿ ਪਤੀ ਨਾਲ ਸਤੀ ਹੋ ਜਾਂਦੀ। ਪਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨਹੀਂ, ਹਾਲਾਤ ਕੁਝ ਹੋਰ ਹੀ ਹੋ ਚੁੱਕੇ ਨੇ। ਇਸਤਰੀ ਤੇ ਪੁਰਖ ਮਾਇਆ ਦੇ ਵਾਸਤੇ ਸਮਾਜ ਇੰਨਾ ਕੁ ਨਿੱਗਰ ਗਿਆ ਹੈ ਕਿ ਇਸਤਰੀ ਤੇ ਪੁਰਖ ਦਾ ਸੰਬੰਧ ਕੇਵਲ ਪੈਸੇ ਤੱਕ ਸੀਮਿਤ ਰਹਿ ਗਿਆ। ਪੈਸਾ ਹੈ ਤੇ ਇੱਕ ਦੂਜੇ ਨਾਲ ਰਿਸ਼ਤਾ ਹੈ, ਜੇ ਪੈਸਾ ਨਹੀਂ ਤੇ ਰਿਸ਼ਤਾ ਕੋਈ ਅਹਿਮੀਅਤ ਨਹੀਂ ਰੱਖਦਾ। ਮਾफ़ ਕਰਿਓ, ਅੱਜ ਵੀ ਕਿਤੇ ਨਾ ਕਿਤੇ ਕੁਝ ਐਸੇ ਸੰਬੰਧ ਬਣ ਚੁੱਕੇ, ਪੈਸਾ ਹੈ ਰਿਸ਼ਤਾ ਕਾਇਮ ਹੈ, ਪੈਸਾ ਖਤਮ ਹੋ ਗਿਆ। ਜਿਸ ਦਿਨ ਵਿਆਹ ਰਿਸ਼ਤੇ ਕੀਤੇ ਨੇ, ਅਮੀਰੀਆਂ ਸੀ, ਗਰੀਬੀਆਂ ਆ ਗਈਆਂ ਤੇ ਇੱਕ ਦੂਜੇ ਨੂੰ ਛੱਡ ਕੇ ਤੁਰ ਜਾਂਦੇ ਨੇ ਜੀ। ਹੁਣ ਤਾਂ ਉੱਥੇ ਰੋਟੀ ਵੀ ਨਹੀਂ ਮਿਲਦੀ ਹੈ। ਸੋ ਸਾਹਿਬ ਕਹਿੰਦੇ ਉਸ ਤੋਂ ਬਾਅਦ ਇੰਨੇ ਕੁ ਗਿਰ ਚੁੱਕੇ ਨੇ, ਥਾਂ ਕੋ ਥਾਂ ਕੁਛ ਨਹੀਂ ਵੇਂਦੇ, ਭਾਵ ਕੌਣ ਕਿੱਥੇ ਆ ਰਿਹਾ ਕਿੱਥੇ ਜਾ ਰਿਹਾ, ਇਸਤਰੀ ਕਿੱਥੇ ਜਾ ਰਹੀ ਹੈ, ਪੁਰਖ ਨੂੰ ਕੋਈ ਮਤਲਬ ਨਹੀਂ, ਘਰ ਵਾਲੇ ਨੂੰ। ਪਤੀ ਕਿੱਥੇ ਜਾ ਰਿਹਾ, ਪਤਨੀ ਨੂੰ ਕੋਈ ਮਤਲਬ ਨਹੀਂ। ਇੰਨੇ ਕੁ ਨਿੱਘਰ ਗਏ ਨੇ, ਇੱਕ ਦੂਜੇ ਤੋਂ ਕੋਈ ਘਿਰਨਾ ਨਹੀਂ ਹੈ ਕਿ ਤੂੰ ਕਿੱਧਰ ਜਾ ਰਿਹਾ, ਕਿੱਧਰੋਂ ਆਇਆ ਜਾਂ ਕਿੱਧਰੋਂ ਆਈ ਹੈ। ਪੈਸੇ ਦੀ ਖਾਤਰ ਜਿੱਥੇ ਕਿਸੇ ਦਾ ਜੀ ਕਰਦਾ, ਕੋਈ ਵਾਸ਼ਨਾ ਭੋਗਣ ਜਾ ਰਿਹਾ ਜਾਂ ਕੋਈ ਕਿਸੇ ਦੀਆਂ ਵਾਸ਼ਨਾ ਨੂੰ ਪੂਰੀਆਂ ਕਰਨ ਵਾਸਤੇ ਜਾ ਰਿਹਾ। ਬਸ ਇਸੇ ਤਰ੍ਹਾਂ ਮਾਇਆ ਦੀ ਖਾਤਰ ਸਾਰਾ ਸੰਸਾਰ ਜਿਹੜਾ ਤੁਰਿਆ ਫਿਰਦਾ। ਆਪਣੇ ਜੀਵਨ ਦੇ ਕਰੈਕਟਰ ਤੋਂ, ਜਤ ਸੱਤ ਤੋਂ ਵੀ ਇਸਤਰੀ ਪੁਰਖ ਜਿਹੜੇ ਨੇ ਗਿਰ ਚੁੱਕੇ ਨੇ। ਪਤੀਬ੍ਰਤਾ ਧਰਮ ਤੋਂ, ਪਤਨੀ ਜਿਹੜੀ ਆਪਣੀ ਪਤਨੀਬ੍ਰਤਾ ਧਰਮ ਤੋਂ, ਦੋਵੇਂ ਜੀ ਜਿਹੜੇ ਨੇ ਇੱਕ ਦੂਜੇ ਦੇ ਧਰਮ ਤੋਂ, ਪਤਨੀ ਪਤੀਬ੍ਰਤਾ ਧਰਮ ਤੋਂ ਤੇ ਪਤੀ ਜਿਹੜਾ ਉਹ ਪਤਨੀ ਬ੍ਰਤ ਧਰਮ ਤੋਂ ਬਿਲਕੁਲ ਗਿਰ ਚੁੱਕੇ ਹਨ। ਵਰਤਿਆ ਪਾਪ ਸਬਸ ਜਗ ਮਾਹੀ। ਸੋ ਗੁਰੂ ਬਾਬਾ ਕਹਿਣ ਲੱਗੇ ਕਿ ਸਾਰੇ ਜਗਤ ਦੇ ਵਿੱਚ ਪਾਪ ਹੀ ਪਾਪ ਜਿਹੜਾ ਉਹ ਵਰਤ ਗਿਆ ਹੈ। ਸੋ ਇਸ ਪੌੜੀ ਦੇ ਭਾਵ ਅਰਥ ਇਹ ਨੇ ਕਿ ਜੋ ਧਰਤੀ ਦੀ ਬਹੁਤ ਮਾਤਲੋਕ ਦੀ ਨੀਵੀਂ ਦਸ਼ਾ ਨੇ, ਉਹ ਦਸ਼ਾ ਕੀ ਹੈ ਕਿ ਪ੍ਰਜਾ ਗਿਆਨ ਤੋਂ ਵਿਹੂਣੀ ਹੈ, ਰਾਜੇ ਜ਼ੁਲਮ ਕਰਦੇ ਪਏ ਨੇ
ਧਰਮ ਦੇ ਉਪਦੇਸ਼ਕ ਜਿਹੜੇ ਨੇ ਉਹ ਰਾਸ ਲੀਲਾ ਦੇ ਵਿੱਚ ਆਪਣੇ ਰੰਗ ਤਮਾਸ਼ਿਆਂ, ਆਪਣੇ ਚੋਜਾਂ, ਆਪਣੀਆਂ ਵਾਸ਼ਨਾਵਾਂ ਦੀ ਪੂਰਤੀ ਦੇ ਵਿੱਚ ਲੱਗੇ ਹੋਏ ਨੇ। ਉਹਨਾਂ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ। ਗੁਰੂ ਚੇਲੇ ਦਾ ਸੰਬੰਧ ਜਿਹੜਾ ਉਹ ਬਿਲਕੁਲ ਉਲਟ ਗਿਆ। ਗੁਰੂ ਚੇਲਿਆਂ ਨੂੰ ਲੱਭਦੇ ਫਿਰਦੇ ਨੇ। ਪਹਿਲਾਂ ਚੇਲੇ ਗੁਰੂਆਂ ਨੂੰ ਲੱਭਦੇ ਸੀ, ਹੁਣ ਗੁਰੂ ਚੇਲਿਆਂ ਨੂੰ ਲੱਭ ਕੇ ਉਹਨਾਂ ਦੇ ਘਰਾਂ 'ਚ ਜਾ ਰਹੇ ਨੇ। ਅਤੇ ਚਿੜੀਆਂ ਜਿਹੜੀਆਂ ਨੇ, ਜਿਵੇਂ ਕਹਿ ਲਓ ਸ਼ਿਕਾਰ ਜਿਹੜੇ ਨੇ ਸੇਵਕਾਂ ਰੂਪ, ਉਹਨਾਂ ਨੂੰ ਫਸਾਉਂਦੇ ਫਿਰਦੇ ਨੇ। ਇਸ ਤਰ੍ਹਾਂ ਕਾਜੀ ਰਿਸ਼ਵਤਖੋਰ ਹੋ ਚੁੱਕੇ ਨੇ। ਗ੍ਰਸਤ ਧਰਮ ਜਿਹੜਾ ਹੈ ਉਹ ਬਿਲਕੁਲ ਇੱਕ ਦੂਜੇ ਦੇ ਭਰਤਾ ਪਿਆਰ ਤੋਂ ਖਤਮ ਹੋ ਕੇ ਕੇਵਲ ਪੈਸੇ ਤੱਕ ਸੀਮਿਤ ਰਹਿ ਗਿਆ। ਇੰਝ ਗੁਰੂ ਨਾਨਕ ਪਾਤਸ਼ਾਹ ਜੀ ਨੇ ਮਾਤ ਲੋਕ ਦੀ ਦਸ਼ਾ ਜਦੋਂ ਦੱਸੀ ਹੈ ਤੇ ਸਿੱਧ ਕੁਝ ਹੈਰਾਨ ਹੋਏ ਨੇ, ਕਿਉਂਕਿ ਹਮਦਰਦੀ ਕੋਈ ਨਹੀਂ ਆਈ ਉਹਨਾਂ ਨੂੰ। ਹਮਦਰਦੀ ਆਉਂਦੀ ਤੇ ਮਾਤ ਲੋਕ ਤੇ ਆ ਜਾਂਦੇ ਸ਼ਾਇਦ, ਪਰ ਜਦੋਂ ਉਹਨਾਂ ਗੁਰੂ ਨਾਨਕ ਨੂੰ ਦੇਖਿਆ ਕਿ ਤਾਂ ਸਾਰੀ ਧਰਤੀ ਦਾ ਭ੍ਰਮਣ ਵੀ ਕਰ ਲਿਆ, ਇਹ ਤੇ ਇੱਕ ਇੱਕ ਚੀਜ਼ ਨੂੰ ਜਾਣਦਾ, ਕਿਤਨਾ ਅੰਤਰਜਾਮੀ ਪੁਰਖ ਹੈ, ਕਲਯੁਗ ਦਾ ਅਵਤਾਰ ਹੈ, ਇੰਨੇ ਵਿਖੜੇ ਪੈਂਡਿਆਂ ਨੂੰ ਸਰ ਕਰਕੇ ਇੱਥੋਂ ਤੱਕ ਪਹੁੰਚ ਗਿਆ। ਹੁਣ ਭਾਈ ਗੁਰਦਾਸ ਜੀ ਫਿਰ 31ਵੀਂ ਪੌੜੀ 'ਚ ਦੱਸਦੇ, ਸਿੱਧਾਂ ਦੇ ਮਨ ਪਲਟੇ, ਉਹਨਾਂ ਦੇ ਮਨ ਬੇਈਮਾਨ ਹੋਏ ਤੇ ਕੀ ਵਿਚਾਰਦੇ ਨੇ। ਸਿੱਧੀ ਮਨੇ ਵਿਚਾਰਿਆ, ਕਿਵੇਂ ਦਰਸ਼ਨ ਇਹ ਲੇਵੇ ਬਾਲਾ। 31ਵੀਂ ਪੌੜੀ 'ਚ ਦੱਸਦੇ ਨੇ, ਸਿੱਧਾਂ ਨੇ ਮਨ ਦੇ ਵਿੱਚ ਵਿਚਾਰਿਆ ਹੈ ਕਿ ਇਹ ਬਾਲਾ, ਇਹ ਬਾਲਕ ਜਿਹੜਾ ਹੈ, ਭਾਵ ਇਹ ਨਾਨਕ ਕਿਵੇਂ ਦਰਸ਼ਨ, ਭਾਵ ਕਿ ਸਾਡੀ ਸਿੱਖਿਆ ਜਿਹੜੀ ਹੈ ਇਹਨੂੰ ਕਿਵੇਂ ਲੈ ਲਵੇ, ਭਾਵ ਸਾਡਾ ਪ੍ਰਭਾਵ ਜਿਹੜਾ ਇਹ ਕਿਵੇਂ ਕਬੂਲ ਲਵੇ। ਇਹ ਬਾਲਕ ਸਾਡਾ ਭੇਖ, ਸਾਡਾ ਜੋਗ ਮਤ ਜਿਹੜਾ ਉਹਨੂੰ ਧਾਰਨ ਕਰ ਲਵੇ ਤੇ ਠੀਕ ਹੋਏਗਾ। ਜੇ ਸਾਡੇ ਮਤ ਦੇ ਵਿੱਚ ਆ ਜਾਏ, ਸਾਡੇ ਭੇਖ ਵਿੱਚ ਆ ਜਾਏ, ਤਾਂ ਬਹੁਤ ਵੱਡੀ ਸਾਡੇ ਵਾਸਤੇ ਪ੍ਰਾਪਤੀ ਹੋ ਜਾਏਗੀ। ਕਾਰਨ ਕੀ, ਕਿਉਂ ਗੁਰੂ ਨਾਨਕ ਨੂੰ ਆਪਣੇ ਭੇਖ ਵਿੱਚ ਲੈਣਾ ਚਾਹੁੰਦੇ ਨੇ, ਤਾਂ ਉਹਨਾਂ ਨੇ ਆਪਸ 'ਚ ਵਿਚਾਰ ਕੀਤੀ, ਐਸਾ ਜੋਗੀ ਕਲੀ ਮਹਿ ਹਮਰੇ ਪੰਥ ਕਰੇ ਉਜਿਆਲਾ। ਕਿ ਐਸਾ ਜੋਗੀ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਸਮੇਂ ਦੇ ਅਵਤਾਰ ਨੇ, ਜੇ ਸਾਡੇ ਪੰਥ ਦੇ ਵਿੱਚ ਆ ਜਾਣ ਤਾਂ ਇਸ ਕਲਯੁਗ ਦੇ ਵਿੱਚ ਸਾਡਾ ਪੰਥ ਜਿਹੜਾ ਉਹ ਚਮਕ ਉੱਠੇਗਾ। ਕਿਉਂਕਿ ਜਦੋਂ ਕੋਈ ਵੱਡਾ ਬੰਦਾ ਕਿਸੇ ਧਰਮ 'ਚ ਸ਼ਾਮਲ ਹੋ ਜਾਏ ਨਾ, ਤੇ ਬੜੇ ਲੋਕ ਜਿਹੜੇ ਨੇ ਵੇਖਾ ਦੇਖੀ ਸ਼ਾਮਲ ਹੋ ਜਾਂਦੇ, ਜੀ ਫਲਾਣਾ ਐਕਟਰ ਫਲਾਣੇ ਬਾਬੇ ਕੋਲ ਜਾਂਦਾ। ਤੇ ਬਹੁਤ ਐਸੇ ਲੋਕ ਨੇ ਸੰਸਾਰ 'ਤੇ ਬਣੇ ਹੋਏ ਗੁਰੂ, ਜਿਹੜੇ ਵੱਡਿਆਂ ਲੋਕਾਂ ਦਾ ਆਪਦੇ ਕੋਲ ਆਉਣ ਦਾ ਹੀ ਪ੍ਰਚਾਰ ਕਰਦੇ ਰਹਿੰਦੇ, ਫਲਾਣਾ ਵੀ ਮੇਰੇ ਕੋਲ ਆਉਂਦਾ, ਫਲਾਣਾ ਵੀ ਮੇਰੇ ਕੋਲ ਆਉਂਦਾ। ਸੋ ਇਸ ਤਰ੍ਹਾਂ ਆਮ ਲੋਕ ਵੇਖ ਕੇ ਪ੍ਰਭਾਵਿਤ ਹੋ ਜਾਂਦੇ, ਪਤਾ ਨਹੀਂ ਕਿੱਡੀ ਕੁ ਵੱਡੀ ਚੀਜ਼ ਹੈ। ਸੋ ਇਸ ਤਰ੍ਹਾਂ ਸਿੱਧਾਂ ਨੇ ਵੀ ਮਨ 'ਚ ਵਿਚਾਰਿਆ, ਜੀ ਗੁਰੂ ਨਾਨਕ ਸਮੇਂ ਦੇ ਅਵਤਾਰ ਸਾਡੇ ਪੰਥ 'ਚ ਸ਼ਾਮਲ ਹੋ ਜਾਣ ਤੇ ਕਲਯੁਗ ਦੇ ਅੰਦਰ ਸਾਡਾ ਪੰਥ ਜਿਹੜਾ ਬਹੁਤ ਜ਼ਿਆਦਾ ਚਮਕ ਉੱਠੇਗਾ, ਸਾਡਾ ਮਤ। ਸੋ ਹੁਣ ਗੁਰੂ ਨਾਨਕ ਨੂੰ ਆਪਣੀਆਂ ਕੁਝ ਸ਼ਕਤੀਆਂ ਵਿਖਾਉਣ ਲੱਗੇ ਨੇ ਤਾਂ ਕਿ ਪ੍ਰਭਾਵਿਤ ਹੋ ਸਕਣ ਸਾਡੇ ਤੋਂ। ਉਹਨਾਂ ਸਾਰਿਆਂ ਤੋਂ ਪਹਿਲਾਂ ਕੀ ਕੀਤਾ ਹੈ, ਖੱਪਰ ਦਿੱਤਾ ਨਾਥ ਜੀ, ਪਾਣੀ ਭਰ ਲੈਵਣ ਉੱਠ ਚਾਲਾ। ਗੁਰੂ ਨਾਨਕ ਪਾਤਸ਼ਾਹ ਜੀ ਨੂੰ ਨਾ ਉਹਨਾਂ ਨੇ ਇੱਕ ਚਿੱਪੀ ਦਿੱਤੀ, ਜੋ ਜੋਗੀਆਂ ਦੇ ਹੱਥ ਵਿੱਚ ਫੜੀ ਹੁੰਦੀ ਕਾਲੇ ਰੰਗ ਦੀ, ਉਹ ਖੱਪਰ ਦੇ ਦਿੱਤਾ ਤੇ ਕਹਿਣ ਲੱਗੇ, ਬਾਬਾ ਉਹ ਸਾਹਮਣੇ ਨਦੀ ਵਹਿੰਦੀ ਹੈ, ਜਾ ਉੱਥੋਂ ਪਾਣੀ ਲੈ ਕੇ ਆ। ਇੱਕ ਹੁਕਮ ਕਰ ਦਿੱਤਾ। ਭਾਵੇਂ ਗੁਰੂ ਨਾਨਕ 'ਤੇ ਕਿਸੇ ਦਾ ਹੁਕਮ ਨਹੀਂ ਚੱਲਦਾ, ਪਰ ਮੇਰੇ ਸਾਹਿਬ ਜੀ ਫਿਰ ਵੀ ਉਹਨਾਂ ਸਿੱਧਾਂ ਦਾ ਸਾਧੂ ਜਾਣ ਕੇ ਸਤਿਕਾਰ ਕਰਦੇ ਨੇ। ਜਦੋਂ ਉਹਨਾਂ ਨੇ ਹੁਕਮ ਕੀਤਾ, ਜਾਂ ਉੱਥੋਂ ਪਾਣੀ ਇਹ ਖੱਪਰ ਜਿਹੜਾ ਭਰ ਕੇ ਲਿਆਓ, ਤਾਂ ਪਾਣੀ ਭਰ ਲੈਵਣ ਉੱਠ ਚਾਲਾ। ਪਾਣੀ ਭਰਨ ਦੇ ਵਾਸਤੇ, ਪਾਣੀ ਭਰ ਕੇ ਲੈਣ ਦੇ ਵਾਸਤੇ, ਲਿਆਉਣ ਦੇ ਵਾਸਤੇ ਗੁਰੂ ਨਾਨਕ ਪਾਤਸ਼ਾਹ ਉੱਠ ਕੇ ਤੁਰ ਪਏ। ਫਿਰ ਜ਼ਿਕਰ ਕਰਦੇ, ਬਾਬਾ ਆਇਆ ਪਾਣੀ ਐ, ਡਿਠੇ ਰਤਨ ਜਵਾਹਰ ਲਾਲਾ। ਸਿੱਧਾਂ ਨੇ ਆਪਣੀ ਸ਼ਕਤੀ ਵਰਤਾਈ ਵੀ ਮਾਇਆ ਦੇਖ ਕੇ ਪ੍ਰਭਾਵਿਤ ਹੋ ਜਾਊ। ਜਿਸ ਨਦੀ 'ਚੋਂ ਪਾਣੀ ਲੈਣਾ ਸੀ ਗੁਰੂ ਨਾਨਕ ਪਾਤਸ਼ਾਹ ਜੀ ਨੇ, ਸਿੱਧਾਂ ਨੇ ਉੱਥੇ ਕੀ ਕੀਤਾ ਹੈ ਕਿ ਆਪਣੀ ਮਾਇਆ ਵਰਤਾਈ। ਉੱਥੇ ਪਾਣੀ ਤੇ ਹੈ ਨਹੀਂ, ਉੱਥੇ ਰਤਨ ਜਵਾਹਰ ਲਾਲ ਜਿਹੜੇ ਸੀ ਉਹ ਸਾਰੇ ਪਾਸੇ ਜਿਹੜੇ ਸੀ ਖਿਲਾਰ ਦਿੱਤੇ। ਸੋ ਜਦੋਂ ਉਹਨਾਂ ਨੇ ਆਪਣੀ ਸ਼ਕਤੀ ਵਰਤਾਈ, ਗੁਰੂ ਨਾਨਕ ਪਾਤਸ਼ਾਹ ਜੀ ਵਾਪਸ ਪਰਤ ਗਏ, ਕਿਉਂਕਿ ਪਾਣੀ ਲੈਣਾ ਸੀ, ਪਾਣੀ ਉੱਥੇ ਹੈ ਨਹੀਂ ਸੀ। ਸਮਝ ਗਏ ਕਿ ਸਿੱਧ ਜਿਹੜੇ ਨੇ ਆਪਣੀਆਂ ਸ਼ਕਤੀਆਂ ਦਿਖਾ ਕੇ ਸਾਨੂੰ ਪ੍ਰਭਾਵਿਤ ਕਰਦੇ ਨੇ, ਪਰ ਗੁਰੂ ਨਾਨਕ ਨੂੰ ਕੌਣ ਪ੍ਰਭਾਵਿਤ ਕਰ ਸਕਦਾ ਸੀ, ਕੌਣ ਛਲ ਸਕਦਾ ਸੀ। ਸੋ ਅਗਲੀ ਪੰਕਤੀ ਜ਼ਿਕਰ ਕਰਦੇ, ਸਤਿਗੁਰ ਅਗਮ ਅਗਾਧ ਪੁਰਖ, ਕਿਹੜਾ ਝੱਲੇ ਗੁਰੂ ਦੀ ਚਾਲਾ। ਸੋ ਗੁਰੂ ਨਾਨਕ ਪਾਤਸ਼ਾਹ ਜੀ ਵਾਪਸ ਆ ਗਏ, ਕਿਉਂਕਿ ਅਗਮ ਅਗਾਧ ਪੁਰਖ ਨੇ ਗੁਰੂ ਨਾਨਕ।
ਸੋ ਗੁਰੂ ਦੀ ਝਾਲ ਕੌਣ ਚੱਲੇ, ਭਾਵ ਉਸ ਗੁਰੂ ਬਾਬੇ ਨੂੰ ਕੌਣ ਭਰਮਾ ਸਕਦਾ ਸੀ, ਕੌਣ ਸੀ ਜਿਹੜਾ ਇਹ ਚੰਦ ਸਿੱਕੇ ਕੋਈ ਹੀਰੇ ਜਵਾਹਰਾਤ ਦਿਖਾ ਕੇ ਗੁਰੂ ਨਾਨਕ ਪਾਤਸ਼ਾਹ ਨੂੰ ਛਲ ਸਕਦਾ ਹੋਵੇ। ਸੋ ਗੁਰੂ ਨਾਨਕ ਪਾਤਸ਼ਾਹ ਦੀ ਝਾਲਾ ਭਾਵ ਕਿ ਸਾਹਿਬ ਦੀ ਆਭਾ, ਸਾਹਿਬ ਦਾ ਪ੍ਰਤਾਪ ਅਗਾਧ ਬੋਧ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਵਾਪਿਸ ਆ ਗਏ। ਜਦੋਂ ਵਾਪਿਸ ਆਏ, ਫਿਰ ਆਇਆ ਗੁਰਨਾਥ ਜੀ, ਪਾਣੀ ਠੌੜ ਨਹੀਂ ਉਸ ਤਾਲਾ, ਫਿਰ ਆਇਆ ਗੁਰ। ਫਿਰ ਆਇਆ ਦਾ ਵਾਪਿਸ ਆ ਗਿਆ, ਜਿਵੇਂ ਆਪਾਂ ਕਹਿੰਦੇ ਫਿਰ ਕੇ ਵਾਪਿਸ ਆ ਗਏ, ਜਾਂ ਫਿਰ ਜਿਵੇਂ ਆਪਾਂ ਕਹਿੰਦੇ ਦੁਬਾਰਾ ਵਾਪਿਸ ਆ ਗਏ। ਪਹਿਲਾਂ ਗਏ, ਫਿਰ ਦੁਬਾਰਾ ਵਾਪਿਸ ਆ ਗਏ, ਮੁੜ ਕੇ ਫਿਰ ਕੇ ਉੱਥੋਂ ਆ ਗਏ ਅਤੇ ਕਹਿਣ ਲੱਗੇ ਨਾਥ ਜੀ, ਬੜੇ ਅਦਬ ਸਤਿਕਾਰ ਨਾਲ, ਪਤਾ ਵੀ ਹੈ ਕਿ ਸਿੱਧ ਲੋਕ ਸਾਨੂੰ ਛਲਦੇ ਫਿਰਦੇ, ਪਰ ਆਪਣਾ ਹੰਕਾਰ ਨਹੀਂ ਗੁਰੂ ਨਾਨਕ ਅੰਦਰ, ਪਿਆਰ ਨਾਲ ਉਹਨਾਂ ਨੂੰ ਕਹਿੰਦੇ ਨਾਥ ਜੀ, ਐ ਸਿੱਧ ਪੁਰਖੋ, ਪਾਣੀ ਠੌੜ ਨਹੀਂ ਉਸ ਤਾਲਾ। ਅਸੀਂ ਪਾਣੀ ਲੈਣ 'ਤੇ ਗਏ ਸੀ, ਪਰ ਉਸ ਥਾਂ ਦੇ ਉੱਤੇ ਪਾਣੀ ਜਿਹੜਾ ਉਹ ਹੈ ਨਹੀਂ ਹੈ। ਅਸੀਂ ਉੱਥੇ ਗਏ ਹਾਂ, ਪਰ ਉੱਥੇ ਹੋਰ ਪਾਣੀ ਜਿਹੜਾ ਹੈ ਉਸ ਤਲਾਅ ਦੇ ਵਿੱਚ ਜਿੱਧਰ ਤੁਸੀਂ ਇਸ਼ਾਰਾ ਕੀਤਾ ਉੱਥੇ ਪਾਣੀ ਨਹੀਂ ਹੈ। ਅਤੇ ਉਹ ਸਿੱਧ ਅੱਗੋਂ ਸਵਾਲ ਕਰਦੇ, ਹੋਰ ਉੱਥੇ ਕੀ ਸੀ ਫਿਰ, ਤਾਂ ਕਿ ਇਹ ਕਹਿਣ ਵੀ ਉੱਥੇ ਹੀਰੇ ਜਵਾਹਰਾਤ ਸੀਗੇ, ਹੋਰ ਬੜਾ ਕੁਝ ਸੀ। ਇਹਦਾ ਮਤਲਬ ਫਿਰ ਪ੍ਰਭਾਵਿਤ ਹੋ ਜਾਣਗੇ, ਅਸੀਂ ਕਹਿ ਦਾਂਗੇ। ਸੋ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ, ਹੋਰ ਕਿਸੇ ਚੀਜ਼ ਵੱਲ ਅਸੀਂ ਬਹੁਤਾ ਧਿਆਨ ਨਹੀਂ ਦਿੱਤਾ, ਸਾਡੀ ਮੰਜ਼ਿਲ ਸੀ ਪਾਣੀ ਲੈ ਕੇ ਆਉਣਾ, ਸਾਡਾ ਮਕਸਦ ਸੀ ਤੁਸੀਂ ਪਾਣੀ ਮੰਗਾਇਆ, ਪਾਣੀ ਲੈ ਕੇ ਜਾਣਾ। ਔਰ ਉੱਥੇ ਕੀ ਸੀ ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ, ਬਹੁਤ ਕੁਝ ਹੋ ਸਕਦਾ ਉੱਥੇ। ਸੋ ਇੰਝ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਆਪਣਾ ਭਾਵ ਜਿਹੜਾ ਸੀ ਪ੍ਰਗਟ ਕਰ ਦਿੱਤਾ, ਭਾਵ ਕਿ ਨਾਥ ਜਿਹੜਾ ਸੀ ਉਹ ਜੋ ਉਸ ਸਮੇਂ ਦਾ ਨਾਥ ਸੀ, ਜੋ ਗੋਰਖਨਾਥ, ਉਹ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਛਲਣਾ ਚਾਹੁੰਦਾ, ਪਰ ਗੁਰੂ ਨਾਨਕ ਪਾਤਸ਼ਾਹ ਨੇ ਆਪਣਾ ਪੱਖ ਜਿਹੜਾ ਉਹ ਪ੍ਰਗਟ ਕਰ ਦਿੱਤਾ। ਜਦੋਂ ਉਹਨਾਂ ਨੇ ਵੇਖਿਆ ਕਿ ਗੁਰੂ ਨਾਨਕ ਪਾਤਸ਼ਾਹ ਤੇ ਇਸ ਤਰ੍ਹਾਂ ਬਹੁਤ ਇੱਕ ਤਿਆਗ ਦੀ ਮੂਰਤ, ਇੱਕ ਵਿਰਕਤ ਆਤਮਾ, ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਡਿਬੇਟ ਸ਼ੁਰੂ ਹੋਈ, ਵਿਚਾਰ ਚਰਚਾ ਸ਼ੁਰੂ ਹੋ ਗਈ। ਪਹਿਲਾਂ ਚਾਹੁੰਦੇ ਸੀ ਵੀ ਸ਼ਕਤੀਆਂ ਦਿਖਾਈਏ, ਕਿਉਂਕਿ ਬੰਦਾ ਮਾਇਆ ਤੋਂ ਬੜੀ ਛੇਤੀ ਪ੍ਰਭਾਵਿਤ ਹੋ ਜਾਂਦਾ। ਬਸ ਪ੍ਰਭਾਵਿਤ ਹੋ ਗਏ, ਇਹਨਾਂ ਨੇ ਆਪੇ ਹੀ ਕਹਿਣਾ ਜੀ ਸਾਨੂੰ ਆਪਣੇ ਚੇਲੇ ਬਣਾ ਲਓ, ਤੁਹਾਡੇ ਕੋਲ ਤਾਂ ਬੜੀਆਂ ਸ਼ਕਤੀਆਂ, ਤੁਹਾਡੇ ਕੋਲ ਤਾਂ ਹੀਰੇ ਜਵਾਹਰਾਤ ਨੇ। ਜਦੋਂ ਉਹਨਾਂ ਵੇਖਿਆ ਕਿ ਨਹੀਂ ਗੱਲ ਬਣੀ ਨਹੀਂ, ਸਾਡਾ ਲਾਇਆ ਹੋਇਆ ਤਰੀਕਾ ਜੁਗਤ ਜਿਹੜੀ ਫੇਲ ਹੋ ਗਈ ਹੈ, ਹੁਣ ਗੁਰੂ ਨਾਨਕ ਪਾਤਸ਼ਾਹ ਨੇ ਚਰਚਾ ਕਰਨੀ ਸ਼ੁਰੂ ਕਰਤੀ ਵੀ ਅਸੀਂ ਵਿਦਵਤਾ ਨਾਲ ਜਿੱਤ ਲਾਂਗੇ। ਕਹਿਣਗੇ ਵਾਹ ਕਿੰਨੇ ਵੱਡੇ ਵਿਦਵਾਨ ਨੇ, ਅਸੀਂ ਤੁਹਾਡੇ ਪੰਥ 'ਚ ਸ਼ਾਮਲ ਹੋਣਾ ਹੈ। ਜਦੋਂ ਵਿਚਾਰ ਚਰਚਾ ਸ਼ੁਰੂ ਹੋਈ, ਸ਼ਬਦ ਜਿੱਤੀ ਸਿੱਧ ਮੰਡਲੀ, ਕੀਤੋ ਸੁ ਆਪਣਾ ਪੰਥ ਨਿਰਾਲਾ। ਪਰ ਗੁਰੂ ਨਾਨਕ ਪਾਤਸ਼ਾਹ ਨੇ ਸ਼ਬਦ ਦੀ ਬਰਕਤ ਦੇ ਨਾਲ ਸਿੱਧ ਮੰਡਲੀ ਜਿਹੜੀ ਸੀ ਉਹਨੂੰ ਜਿੱਤ ਲਿਆ। ਇੱਕ ਤਾਂ ਸ਼ਬਦ ਜਿੱਤੀ, ਇਹਦਾ ਅਰਥ ਹੈ ਜਦੋਂ ਵਿਚਾਰ ਸ਼ੁਰੂ ਹੋਈ, ਗੁਰੂ ਨਾਨਕ ਪਾਤਸ਼ਾਹ ਨੇ ਸ਼ਬਦ ਦੀ ਚਰਚਾ ਸ਼ੁਰੂ ਕੀਤੀ, ਅਕਾਲ ਪੁਰਖ ਦੇ ਸ਼ਬਦ ਦੀ। ਹੁਣ ਅਕਾਲ ਪੁਰਖ ਦੇ ਸ਼ਬਦ ਦੇ ਅੱਗੇ ਉਹਨਾਂ ਸਿੱਧਾਂ ਨੂੰ ਕੋਈ ਸਵਾਲ ਨਾ ਆਇਆ। ਦੂਜਾ, ਜੋ ਉਹ ਕਰਾਮਾਤਾਂ ਦਿਖਾਉਂਦੇ ਸਨ, ਤਾਂ ਗੁਰੂ ਨਾਨਕ ਨੇ ਸ਼ਬਦ ਦੇ ਆਸਰੇ ਤੇ ਉਹਨਾਂ ਨੂੰ ਜਿੱਤ ਲਿਆ। ਉਹਨਾਂ ਦੇ ਛਲ ਉਸ ਮਾਇਆ ਠੱਗਣੀ ਦੀ, ਉਸ ਠੱਗੀ ਦੇ ਵਿੱਚ ਨਹੀਂ ਆਏ ਅਤੇ ਆਪਣਾ ਪੰਥ ਜਿਹੜਾ ਸੀ ਉਹਨੂੰ ਨਿਰਾਲਾ ਕਰ ਦਿੱਤਾ, ਭਾਵ ਸਿੱਧ ਮੰਡਲੀ ਜਿਹੜੀ ਉਹਨੂੰ ਨਿਰ ਉੱਤਰ ਕਰ ਦਿੱਤਾ। ਕਲ ਯੁਗ ਨਾਨਕ ਨਾਮ ਸੁਖਾਲਾ। ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਸਿਧਾਂਤ ਪ੍ਰਗਟ ਕੀਤਾ ਕਿ ਇਹ ਸਿੱਧੋ, ਕਲਯੁਗ ਦੇ ਅੰਦਰ ਕੇਵਲ ਪ੍ਰਭੂ ਦਾ ਨਾਮ ਹੀ ਸੁੱਖਾਂ ਦਾ ਦਾਤਾ ਹੈ। ਫਿਰ ਸਾਰਿਆਂ ਤੋਂ ਸੌਖਾ ਕਾਰਜ ਜਿਹੜਾ ਉਹ ਨਾਮ ਜਪਣਾ ਹੈ। ਕਲ ਮਹਿ ਇਹੋ ਪੁੰਨ ਗੁਣ ਗੋਵਿੰਦ ਗਾਹੇ। ਸੋ ਕਲਯੁਗ ਅੰਦਰ ਆ ਜੋ ਕੁਛ ਤੁਸੀਂ ਕਰਦੇ ਪਏ ਤਾਂ ਬਹੁਤ ਔਖੇ ਕੰਮ ਨੇ, ਆਮ ਮਨੁੱਖ ਨਹੀਂ ਕਰ ਸਕੇਗਾ। ਨਾਨਕ ਨਾਮ ਸੁਖਾਲਾ, ਉਸ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਸੁੱਖ ਦੇਣ ਵਾਲਾ, ਬੜੇ ਸੁੱਖਾਂ ਵਾਲਾ, ਉਸ ਨਾਮ ਨੂੰ ਜਪੋ ਅਤੇ ਆ ਜਿਹੜੇ ਚੱਕਰਾਂ ਵਿੱਚ ਤੁਸੀਂ ਪਏ ਜੇ ਰਿੱਧੀਆਂ ਸਿੱਧੀਆਂ ਦੇ, ਇਹਨਾਂ ਨੂੰ ਤਿਆਗੋ ਅਤੇ ਕਰਤੇ ਦੇ ਨਾਲ ਜੁੜਨਾ ਕਰੋ। ਇੰਝ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਨੂੰ ਸਮਝਾਇਆ, ਭਾਵ ਉਹਨਾਂ ਨੇ ਗੁਰੂ ਬਾਬੇ ਨੂੰ ਲਾਲਚ ਦੇ ਨਾਲ ਆਪਣੇ ਮੱਤ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ, ਹੀਰੇ ਜਵਾਹਰਾਤ ਦਿਖਾ ਕੇ ਭਰਮਾਉਣ ਦੀ ਕੋਸ਼ਿਸ਼ ਕੀਤੀ, ਪਰ ਗੁਰੂ ਨਾਨਕ ਪਾਤਸ਼ਾਹ ਬਿਲਕੁਲ ਵੀ ਕੋਈ ਚਾਹ ਨਹੀਂ ਸੀ ਇਹਨਾਂ ਪਦਾਰਥਾਂ ਦੀ ਅੰਦਰ। ਸੋ ਜਦੋਂ ਉਹ ਸਾਰੇ ਹੈਰਾਨ ਹੋ ਗਏ, ਮਾਇਆ ਵੱਲ ਗੁਰੂ ਨਾਨਕ ਪਾਤਸ਼ਾਹ ਜੀ ਨੇ ਤੱਕਿਆ ਨਹੀਂ। ਫਿਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਾਹਮਣੇ ਉਹ ਸਾਰੇ ਸਿੱਧ ਜਿਹੜੇ ਹਾਰ ਗਏ। ਸੋ ਇੰਝ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣਾ ਪੰਥ ਜਿਹੜਾ ਨਿਰਾਲਾ ਕਰ ਦਿੱਤਾ। ਸੋ ਸਿੱਧਾਂ ਨਾਲ ਜਿਤਨੀ ਵੀ ਵਿਚਾਰ ਚਰਚਾ ਹੋਈ, ਇਹ ਸਾਰੀ ਚਰਚਾ ਸਿੱਧ ਗੋਸ਼ਟ ਪਾਵਨ ਬਾਣੀ ਦੇ ਅੰਦਰ
ਗੁਰੂ ਨਾਨਕ ਪਾਤਸ਼ਾਹ ਨੇ ਇੱਕ ਇੱਕ ਸ਼ਬਦ ਇੱਕ ਇੱਕ ਸਵਾਲ ਜਿਹੜਾ ਉਹ ਪ੍ਰਗਟ ਕੀਤਾ ਤੇ ਨਾਮ ਨੂੰ ਹੀ ਉੱਥੇ ਗੁਰੂ ਨਾਨਕ ਪਾਤਸ਼ਾਹ ਨੇ ਉੱਤਮ ਦੱਸਿਆ। ਸਵੰਜ ਗੁਰੂ ਕਿਰਪਾ ਦੇ ਨਾਲ ਪਹਿਲੀ ਵਾਰ ਦੀਆਂ 31 ਪੌੜੀਆਂ ਆਪਾਂ ਸਰਵਣ ਕੀਤੀਆਂ ਨੇ। ਹੋਈਆਂ ਭੁੱਲਾਂ ਦੀ ਖਿਮਾ। ਇਸ ਤੋਂ ਅੱਗੇ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਦੀ ਜੋ ਵਿਚਾਰ ਚਰਚਾ ਜਾਂ ਅਗਲੀ ਫੇਰੀ ਜਾਂ ਅਗਲਾ ਪੜਾਅ ਜਿਹੜਾ ਉਹ ਮੱਕੇ ਦੇ ਵੱਲ ਹੋਏਗਾ, ਉਹ ਆਪਾਂ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਭੁੱਲਾਂ ਦੀ ਖਿਮਾ, ਸਹਿਬ ਸਮਤ ਦੀ ਦਾਤ ਬਖਸ਼, ਨਿਵਾਜ ਨਾ ਕਰਨ। ਸ਼ਬਦ ਜਿਤੀ ਸਿੱਧ ਮੰਡਲੀ, ਕੀਤੋ ਸੁ ਆਪਣਾ ਪੰਥ ਨਿਰਾਲਾ। ਕਲ ਜੁਗ ਨਾਨਕ ਨਾਮ ਸੋ ਖਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।